जिदा बॉयल का जूड़ा करते हैं उदा अगे नूं केस करके कंघा करो बच्चे, क्योंकि जो भी मेजरमेंट करने केस तो अगे नूं ही होने हैं। काफी तो जुड़ी आ वो नाम बोलूगा तो वाहिगुरू जी का खालसा वाहिगुरू जी की फतेह। जो अज साडा महान उपराला सिख कौम की बख्शी दस्तार साहिब श्री गुरु हरगोबिंद साहिब पातशाह छेवें पातशाह मीरी पीरी के मालक के अवतार दिहाड़े में समर्पित लंबे केस मुकाबला, दमाला मुकाबला ਅਤੇ जूड़ा गुंदण का जिहड़ा माइयां वालों किया जाता, जूड़ा गुंद के जूड़ा किया जाता बच्चे का ਉਹਦਾ मुकाबला ਅਤੇ ਜਿਹੜਾ पग का मुकाबला अपना सुंदर दस्तार का मुकाबला वो करवाया जा रहा पिंड बवानी विखे जी। ਜਿਹੜਾ ਇਹ ਸਾਡਾ ਮੋਟਿਵ ਆ ਸਿੱਖੀ ਨੂੰ ਸਮਰਪਿਤ ਆ ਸਾਰਾ ਜੋ ਅਸੀਂ ਪੱਗਾਂ ਦਾ ਕਰਵਾ ਰਹੇ ਹਾਂ। ਨੌਜਵਾਨ ਵੀਰ ਸਾਡੇ ਨਾਲ ਜੁੜੇ, ਸਾਡੇ ਦੇ ਪਿੰਡ ਦੇ ਸਾਰੇ ਸੱਜਣ ਮਿੱਤਰ ਸਾਰਾ ਇਹ ਮੋਟਿਵ ਸਿੱਖੀ ਨੂੰ ਕਰਨ ਦਾ ਆ। ਅਸੀਂ ਬਹੁਤ ਹੀ ਥੈਂਕਸ ਕਰਦੇ ਹਾਂ TRC ਕਢਾਣੀ ਜੋ ਕਿ ਸਾਡੇ ਹਰ ਕੋਈ ਵੀ ਗੁਰਸਿੱਖੀ ਦਾ ਸਾਡਾ ਪ੍ਰੋਗਰਾਮ ਹੁੰਦਾ ਜਾਂ ਅਸੀਂ ਕਿਤੇ ਵੀ ਇਹਨਾਂ ਨੂੰ ਯਾਦ ਕਰਦੇ ਹਾਂ, ਸਾਡੇ ਅੱਧੇ ਬੋਲਦੇ ਪਹੁੰਚਦੇ ਹਾਂ। ਇਹਨਾਂ ਦਾ ਵੀ ਇੱਕੋ ਹੀ ਮੋਟਿਵ ਆ TRC ਕਢਾਣੀ ਵਾਲਿਆਂ ਦਾ, ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਇਹਨਾਂ ਦਾ ਮੋਟਿਵ ਇਹੀ ਆ ਵੀ ਅਸੀਂ ਸਾਰੇ ਕਿਤੇ ਸਿੱਖੀ ਦਾ ਮੀਡੀਆ ਕਵਰੇਜ ਸਾਰੀ ਇਹੀ ਕਰਦੇ ਆ ਜੀ। ਬਹੁਤ ਵੱਡਾ ਉਪਰਾਲਾ ਇਹਨਾਂ ਦਾ, ਅਸੀਂ ਥੈਂਕਸ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ ਜੋ ਸਾਡੇ ਇਸ ਮੁਕਾਬਲੇ ਦੀ ਕਵਰੇਜ ਕਰਨ ਆਏ। ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਸਾਡੇ ਸਤਿਕਾਰਯੋਗ ਮਾਤਾ ਜੀ ਨੇ, ਅਸੀਂ ਪੁੱਛਨੇ ਆਣਾ ਤੋਂ। ਹਾਂਜੀ ਮਾਤਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜਾ ਸਾਡਾ ਪਿੰਡ ਹੈ ਲੰਡਾ ਹੈ ਤੇ ਮੈਂ ਆਪਣਾ ਬੇਟੇ ਨੂੰ ਜਿਹੜਾ ਇੱਥੇ ਆ ਲੰਬੇ ਕੇਸਾਂ ਦੇ ਮੁਕਾਬਲੇ ਦੇ ਵਿੱਚ ਭਾਗ ਦਿਵਾਉਣ ਲਈ ਲੈ ਕੇ ਆਈ ਹਾਂ। ਤੇ ਮੇਰੇ ਬੇਟੇ ਦਾ ਨਾਮ ਅੰਗਦਵੀਰ ਸਿੰਘ ਹੈ। ਕਿੰਨੀ ਉਮਰ ਹੈ ਬੱਚੇ ਦੀ? ਉਹਦੀ ਉਮਰ ਜੀ 11 ਸਾਲ ਹੈ। ਅੱਛਾ ਜੀ। ਬੱਚੇ ਨੂੰ ਗੁਰਬਾਣੀ ਵਾਰ ਅਭਿਆਸ ਕਰਾਉਂਦੇ ਹੋ? ਬਿਲਕੁਲ ਜੀ, ਅਭਿਆਸ ਕਰਾਉਣੀ ਆ। ਮੇਰੇ ਬੇਟੇ ਨੂੰ 5 ਪਿਆਰਿਆਂ ਦੇ 10 ਪਾਤਸ਼ਾਹੀਆਂ ਦੇ ਨਾਮ, ਸਾਰੇ 5 ਤਖਤਾਂ ਦੇ ਨਾਮ, 4 ਸਾਹਿਬਜ਼ਾਦਿਆਂ ਦੇ ਨਾਮ, ਸਾਰਾ ਬੱਚੇ ਨੂੰ ਜਿਹੜਾ ਆ ਜ਼ੁਬਾਨੀ ਕੰਠ ਹੈਗਾ ਜੀ ਮੇਰੇ ਬੱਚੇ ਨੂੰ। ਤੇ ਪਹਿਲੀ ਜਿਹੜੀਆਂ 5 ਪੌੜੀਆਂ ਨੇ ਉਹ ਵੀ ਕੰਠ ਨੇ ਬੱਚੇ ਨੂੰ। ਹਾਂਜੀ ਮਾਤਾ ਜੀ ਤੋਂ ਕਿ ਸਾਡੇ ਬੱਚੇ ਨੂੰ ਬਾਣੀਆਂ ਦੇ 5 ਤਖਤ ਹੋ ਗਏ, ਹੋਰ ਕਈ ਜਗ੍ਹਾ ਦੇ ਨਾਮ ਯਾਦ ਨੇ। ਇਹ ਸਾਡੇ ਪੰਥ ਲਈ ਬੜੀ ਵੱਡੀ ਇੱਕ ਦੇਣ ਹੈ। ਆਪਣੇ ਛੋਟੇ ਬੱਚਿਆਂ ਨੂੰ ਮਾਤਾ ਦਾ ਧੰਨਵਾਦ ਕਰਨੇ ਆ ਜਿੱਥੇ ਆਪਣੇ ਬੱਚੇ ਨੂੰ ਲੈ ਕੇ ਆਏ ਨੇ, ਜਿੱਥੇ ਗੁਰਸਿੱਖੀ ਬਾਰੇ ਦੱਸਿਆ ਹੈ। ਮੈਂ ਧੰਨਵਾਦ ਕਰਨਾ ਕਿ ਆਪਣੇ ਪੁੱਤਰਾਂ ਵਿੱਚ ਵੀ ਐਸੀ ਪ੍ਰਚਾਰ ਕਰੀਏ ਕਿ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਦੱਸੀਏ। ਸੋ ਬਹੁਤ ਬਹੁਤ ਧੰਨਵਾਦ ਮਾਤਾ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂਜੀ, ਇਹ ਸਾਡੇ ਨਾਲ ਬੱਚਾ ਅੰਗਦਵੀਰ ਜੋ ਮਾਤਾ ਦੇ ਨਾਲ ਆਏ ਨੇ ਤੇ ਬਹੁਤ ਸੋਹਣੇ ਕੇਸ ਨੇ ਬੱਚੇ ਦੇ ਤੇ ਬਹੁਤ ਪਿਆਰ ਹੈ ਸਿੱਖੀ ਪ੍ਰਤੀ ਬੱਚੇ ਦਾ। ਤੇ ਮੈਂ ਕਹਿੰਦਾ ਬੱਚਿਆਂ ਦੇ ਵਿੱਚ ਪ੍ਰਚਾਰ ਕੀਤਾ ਜਾਵੇ, ਸਿੱਖੀ ਨਾਲ ਜੋੜਿਆ ਜਾਵੇ ਤਾਂ ਜੋ ਬੱਚਿਆਂ ਦੇ ਵਿੱਚ ਪ੍ਰਚਾਰ ਸਿੱਖੀ ਦਾ ਵੱਧ ਸਕੇ। ਤੇ ਅਸੀਂ ਬੱਚੇ ਨਾਲ ਹੀ ਥੋੜੀ ਮੋਟੀ ਗੱਲ ਕਰਨੇ। ਹਾਂਜੀ ਕਾਕਾ ਜੀ, ਕੀ ਨਾਮ ਹੈ ਆਪ ਜੀ ਦਾ? ਅੰਗਦਵੀਰ ਸਿੰਘ। ਅੱਛਾ ਜੀ, ਕਿਹੜਾ ਪਿੰਡ ਹੈ ਆਪ ਜੀ ਦਾ? ਲੰਡਾ। ਲੰਡਾ। ਆਪ ਜੀ ਕਿੰਨੇ ਸਮੇਂ ਤੋਂ ਕੇਸ ਰੱਖ ਰਹੇ ਹੋ? ਜਨਮ ਤੋਂ। ਵਾਹ ਜੀ ਵਾਹ, ਬਹੁਤ ਵਧੀਆ ਗੱਲ ਕੀਤੀ ਹੈ ਕਿ ਜਨਮ ਤੋਂ ਲੈ ਕੇ ਬੱਚੇ ਨੇ ਕੇਸ ਰੱਖੇ ਹਨ। ਸੋ ਸਾਡੇ ਨਾਲ ਹੋਰ ਵੀ ਬੱਚੇ ਪਹੁੰਚੇ ਨੇ। ਆਪਾਂ ਜੀ ਫਤਿਹ ਆ ਜਿਹੜੇ
ਹਾਂਜੀ, ਇਹ ਛੋਟੇ ਬੱਚੇ ਨੇ ਆਪਣੇ ਕੋਲ ਭਵਾਨੀ ਪਿੰਡ ਦੇ ਬੱਚੇ ਨੇ। ਇਹਨਾਂ ਨੇ ਤਕਰੀਬਨ 7 ਦਿਨਾਂ ਤੋਂ ਪਿੰਡ ਵਿੱਚ ਕੈਂਪ ਲਾਇਆ ਸੀ, ਜਿਨ੍ਹਾਂ ਨੇ ਸੋਹਣੀਆਂ ਦਸਤਾਰਾਂ ਸਜਾਉਣੀਆਂ ਸਿੱਖੀਆਂ ਨੇ ਤੇ ਇਹ ਮੁਕਾਬਲੇ ਦੇ ਵਿੱਚ ਹਿੱਸਾ ਲੈ ਰਹੇ ਨੇ। ਸਾਰੇ ਬੱਚੇ ਪਿੰਡ ਦੇ ਹਨ ਤੇ ਜਿੱਥੇ ਸੋਹਣੀਆਂ ਦਸਤਾਰਾਂ ਸਜਾਈਆਂ ਨੇ ਤੇ 7 ਦਿਨਾਂ ਦੇ ਵਿੱਚ ਇਹ ਬੱਚਿਆਂ ਨੇ ਦਸਤਾਰ ਸਿੱਖੀ ਹੈ। ਸੋ ਇਹ ਬੱਚਿਆਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ, ਮਾਪਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹਨਾਂ ਆਪਣੇ ਬੱਚਿਆਂ ਨੂੰ ਇੱਥੇ ਭੇਜਿਆ ਤੇ ਅਸੀਂ ਵੱਡੇ ਤੌਰ ਤੇ ਸ਼ੁਕਰਾਨਾ ਕਰਦੇ ਹਾਂ ਮਾਂ ਪਿਤਾ ਦਾ ਕਿ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਗੁਰਸਿੱਖੀ ਨਾਲ ਜੋੜਿਆ ਹੈ। ਸੋ ਆ ਪਿੰਡ ਦਾ ਗਰੁੱਪ ਹੈ, ਪਿੰਡ ਦੇ ਬੱਚੇ ਹਨ। ਸੋ ਹਲੇ ਪਹਿਲਾ ਗਰੁੱਪ ਹੋ ਰਿਹਾ ਪਿੰਡ ਦੇ ਬੱਚਿਆਂ ਦਾ ਤੇ ਉਸ ਤੋਂ ਬਾਅਦ ਜਿਹੜੇ ਅੱਗੇ ਮੁਕਾਬਲੇ ਹੋਣਗੇ ਆਪ ਜੀ ਨਾਲ ਤਿਉਂ ਜਾਣਕਾਰੀ ਦੀ ਸਾਂਝ ਪਾਈ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਤੇ ਆਓ ਕੁਝ ਸਮਾਂ ਆਪਾਂ ਬੱਚਿਆਂ ਦੇ ਨਾਲ ਵਿਚਾਰ ਪਾਉਂਦੇ ਹਾਂ। ਤੇ ਹਾਂਜੀ ਪੁੱਤਰ ਜੀ, ਕੀ ਨਾਮ ਹੈ ਆਪ ਜੀ ਦਾ? ਬਲਜੀਤ ਸਿੰਘ ਅੱਛਾ ਜੀ, ਬਲਜੀਤ ਸਿੰਘ ਆਪ ਜੀ ਦਾ ਨਾਮ ਹੈ। ਕਿੰਨੇ ਸਮੇਂ ਤੋਂ ਆਪ ਜੀ ਨੇ ਅੰਮ੍ਰਿਤ ਛਕਿਆ ਹੋਇਆ ਹੈ? ਜੀ, ਦੂਜੀ ਤੋਂ। ਅੱਛਾ ਜੀ, ਦੂਸਰੀ ਕਲਾਸ ਤੋਂ ਬੱਚੇ ਨੇ ਅੰਮ੍ਰਿਤ ਛਕਿਆ ਹੋਇਆ ਹੈ। ਕਿ ਜਦੋਂ ਤੁਸੀਂ ਇਹ ਅੰਮ੍ਰਿਤ ਛਕਿਆ ਸੀ, ਪਹਿਲਾਂ ਜੀਵਨ ਵਧੀਆ ਸੀ ਕਿ ਹੁਣ ਜੀਵਨ ਵਧੀਆ ਹੈ? ਹੁਣ ਵਧੀਆ ਜੀ। ਪੱਕਾ ਹੁਣ ਵਧੀਆ? ਹਾਂਜੀ। ਤੇ ਹੁਣ ਆਪਾਂ ਐਵੇਂ ਸਿੱਖੀ ਨੂੰ ਅੱਗੇ ਤੱਕ ਲੈ ਕੇ ਜਾਣਾ ਹੈ, ਆਪਾਂ ਗੁਰੂ ਦੇ ਲੜ ਲੱਗਣਾ ਹੈ। ਸੋਹਣੀਆਂ ਦਸਤਾਰਾਂ ਸਿਆਣੀਆਂ, ਬਹੁਤ ਸੋਹਣੀ ਦਸਤਾਰ ਸਿਆਈਏ ਤੁਸੀਂ, ਤੇ ਆਪਾਂ ਹੋਰ ਵੀ ਐਵੇਂ ਬੱਚਿਆਂ ਨੂੰ ਨਾਲ ਜੋੜਨਾ ਹੈ। ਜੋੜੋਗੇ ਜੀ? ਹਾਂਜੀ। ਬਿਲਕੁਲ, ਬਹੁਤ ਵਧੀਆ ਗੱਲ ਹੈ। ਬੱਚੇ ਕਹਿੰਦੇ ਨੇ ਅਸੀਂ ਗੁਰਸਿੱਖੀ ਨਾਲ ਜੋੜਾਂਗੇ ਅਤੇ ਹੋਰ ਵੀ ਬੱਚੇ ਨੇ ਆਪਣੇ ਨਾਲ ਜਿਨ੍ਹਾਂ ਨੇ ਸੋਹਣੀਆਂ ਦਸਤਾਰਾਂ ਸਜਾਈਆਂ ਨੇ। ਇਹ ਛੋਟੇ ਛੋਟੇ ਬੱਚਿਆਂ ਦੇ ਵਿੱਚ ਚਾਅ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਇਸ ਗਰੁੱਪ ਦਾ ਮੁਕਾਬਲਾ 13 ਤੋਂ 18 ਸਾਲ ਦਾ ਹੋ ਰਿਹਾ। ਦੂਜਾ ਗਰੁੱਪ ਆ ਸਾਡਾ ਪੱਗਾਂ ਦਾ, ਜੋ ਕਿ ਆ ਨੌਜਵਾਨ ਵੀਰ ਬੈਠੇ ਆ 13 ਤੋਂ 18 ਸਾਲ ਦੀ ਉਮਰ ਦੇ ਸਾਰੇ। ਬਹੁਤ ਸੋਹਣੀਆਂ ਦਸਤਾਰਾਂ ਬੰਨ੍ਹਦੇ ਆ ਮੁੰਡੇ। ਸਾਡੇ ਨੌਜਵਾਨ ਵੀਰ ਵੀ ਸਾਡੇ ਨਾਲ ਬਹੁਤ ਨਵੇਂ ਜੁੜੇ ਅੱਜ ਇਸ ਮੁਕਾਬਲੇ ਦੇ ਵਿੱਚ। ਬਹੁਤ ਵੀਰ ਨਵੇਂ ਆਏ ਨੇ ਜੋ ਕਿ ਪਹਿਲੀ ਵਾਰ ਆਏ ਨੇ। ਜੋ ਇਹ ਮੁਕਾਬਲਾ ਅਸੀਂ ਕਰਵਾ ਰਹੇ ਹਾਂ, ਮਹਾਰਾਜ ਕਿਰਪਾ ਕਰਨ। ਹਰੇਕ ਸਾਲ ਹੀ 6ਵੇਂ ਪਾਤਸ਼ਾਹ ਦੀ ਕਿਰਪਾ ਨਾਲ, ਮੇਰੀ ਵੀਰ ਦੇ ਮਾਲਕ ਦੀ ਕਿਰਪਾ ਨਾਲ। ਇਹ ਕਿਹੜਾ ਮੁਕਾਬਲਾ ਤੁਹਾਡਾ? ਇਹ ਸਾਡਾ ਜੀ ਦੂਜਾ ਮੁਕਾਬਲਾ ਵੀਰ ਜੀ। ਦੂਜਾ ਮੁਕਾਬਲਾ? ਹਾਂਜੀ ਹਾਂਜੀ। ਪਹਿਲਾ ਮੁਕਾਬਲਾ ਕਦੋਂ ਹੋਇਆ ਸੀ? ਪਹਿਲਾ ਮੁਕਾਬਲਾ ਜੀ ਆਪਣਾ ਹੋਇਆ ਸੀ 27 ਜਨਵਰੀ ਨੂੰ ਹੋਇਆ ਸੀ 2017 ਦੇ ਵਿੱਚ ਜੀ। ਅੱਛਾ, 27 ਜਨਵਰੀ। ਹਾਂਜੀ 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 ਹਾਂਜੀ। ਉਸ ਤੋਂ ਬਾਅਦ ਨਾਗਾ ਕਿਉਂ ਗਿਆ? ਉਸ ਤੋਂ ਬਾਅਦ ਥੋੜ੍ਹਾ ਜਿਹਾ ਮੈਂ ਫੌਰਨ ਚਲੇ ਗਿਆ ਸੀਗਾ ਜੀ, ਤੇ ਬਾਕੀ ਲੋਕਡਾਊਨ ਕਰਕੇ ਨਹੀਂ ਹੋਇਆ। ਤੇ ਹੁਣ ਆਪਾਂ ਦੁਬਾਰਾ ਮੇਰੀ ਵੀਰੇ ਮਾਲਕ ਦੀ ਕਿਰਪਾ ਸਦਕਾ ਸਟਾਰਟ ਕਰਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਡੇ ਬਜ਼ੁਰਗ ਪਹੁੰਚੇ ਨੇ, ਆਪਾਂ ਇਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਇਹਨਾਂ ਨੂੰ ਕਿਵੇਂ ਜਿਹਾ ਲੱਗ ਰਿਹਾ ਇਸ ਮੁਕਾਬਲੇ ਵਿੱਚ ਆ ਕੇ। ਹਾਂਜੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਭਾਈ ਬਹੁਤ ਬਹੁਤ ਮੁਬਾਰਕ ਇਸ ਚੀਜ਼ ਦੀਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਜੋ ਮੋਹਰ, ਕਿ ਇਸ ਗੁਰੂ ਕੀ ਮੋਹਰ ਦਾ ਅੰਗ ਬਖਸ਼ੇ ਨੇ ਨਾ, ਇਹਨਾਂ ਦਾ ਉਪਰਾਲਾ ਤੁਸੀਂ ਕੀਤਾ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ। ਕਿਉਂਕਿ ਜੇ ਅਸੀਂ ਆਪ ਸਿੰਘ ਹੋ ਕੇ ਇਹੋ ਜਿਹੇ ਉਪਰਾਲੇ ਨਹੀਂ ਕਰਾਂਗੇ ਤਾਂ ਕਰੂਗਾ ਕੌਣ? ਦੂਸਰਾ ਇਹ ਆ ਵੀ ਅੱਜ ਸਾਡੇ ਕੋਲ ਸਿੰਘ ਘੱਟ ਆ, ਕੱਲ੍ਹ ਨੂੰ ਦੇਖ ਕੇ ਹੋਰ ਵੀ ਬੱਚੇ ਜਾਂ ਮਾਵਾਂ ਉਤਸ਼ਾਹਿਤ ਹੋਣਗੇ ਵੀ ਸਾਡਾ ਬੱਚਾ ਵੀ ਇਹ ਚੀਜ਼ ਦੇ ਵਿੱਚ ਭਾਗ ਲਵੇ। ਰਿਹਾ ਪੱਗ ਤੇ ਦਮਾਲਾ, ਇਹਨਾਂ ਚੀਜ਼ਾਂ ਦਾ ਤਾਂ ਮੁੱਲ ਹੀ ਨਹੀਂ ਹੈ ਕੋਈ, ਨਾ ਅਸੀਂ ਦੇ ਸਕਦੇ ਹਾਂ। ਬਾਕੀ ਚੜ੍ਹਦੀ ਕਲਾ ਦੇਖ ਦੇਖ ਕੇ ਸੰਗਤ ਹੋਰ ਜੁੜਦੀ ਆ, ਮਾਮਾ ਨੂੰ ਉਤਸ਼ਾਹ ਹੁੰਦਾ, ਬਹੁਤ ਚੰਗੀ ਗੱਲ। ਬਿਲਕੁਲ ਜੀ, ਜਿਵੇਂ ਬਾਪੂ ਜੀ ਨੇ ਦੱਸਿਆ ਕਿ ਬੱਚਿਆਂ ਦੇ ਵਿੱਚ ਚਾਅ ਪੈਦਾ ਕਰਨ ਲਈ ਸਿੰਘ ਸਾਨੂੰ ਮਿਲਦੇ ਨਹੀਂ। ਸੇ ਬਹੁਤ ਵਧੀਆ ਉਪਰਾਲਾ ਹੈ ਨੌਜਵਾਨ ਵੀਰਾਂ ਦਾ, ਅਸੀਂ ਧੰਨਵਾਦ ਕਰਨੇ ਆ ਸਾਰਿਆਂ ਦਾ। ਸੋ ਇਹ ਸਨ ਸਾਡੇ ਬਜ਼ੁਰਗ ਤੇ ਜਿਨ੍ਹਾਂ ਨੇ ਬਹੁਤ ਸੋਹਣਾ ਸਾਨੂੰ ਸਮਝਾਵਨਾ ਕੀਤਾ ਹੈ ਕਿ ਕਿਵੇਂ ਅਸੀਂ ਗੁਰਸਿੱਖੀ ਨੂੰ ਪ੍ਰਚਾਰ ਕਰ ਸਕਨੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪ੍ਰਬੰਧਕ ਸੱਜਣਾ ਕੋਲ ਬੈਠੇ ਹਾਂ, ਜਿਵੇਂ ਸਾਡੇ ਕੋਲ ਮਹਾਨ ਕਥਾਵਾਚਕ ਭਾਈ ਜਸਵਿੰਦਰ ਸਿੰਘ ਜੀ ਬੈਠੇ ਹੋਏ ਨੇ ਅਤੇ ਹੋਰ ਵੀ ਪਤਵੰਤੇ ਸੱਜਣ ਬੈਠੇ ਨੇ ਨਗਰ ਦੇ। ਸੋ ਆਪਾਂ ਨਾਲ ਗੱਲਬਾਤ ਕਰਨੇ ਆ ਕਿ ਜਿਹੜੇ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ, ਇਹਨਾਂ ਦਾ ਮੇਨ ਮਨੋਰਥ ਕੀ ਹੈ। ਸੇ ਆਓ ਅਸੀਂ ਗੱਲ ਕਰਦੇ ਹਾਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਦਸਤਾਰ ਹੈ ਇਹ ਸਾਨੂੰ ਬੜੀਆਂ ਕੁਰਬਾਨੀਆਂ ਦੇ ਕੇ ਮਿਲੀ ਹੈ, ਵੈਸੇ ਕੋਈ ਕੱਪੜਾ ਨਹੀਂ। ਜਿਹੜਾ ਅੱਜ ਮੁਕਾਬਲੇ ਦੀ ਗੱਲ ਹੈ, ਮੁਕਾਬਲਾ ਬੱਚਿਆਂ ਦੇ ਅੰਦਰ ਉਤਸ਼ਾਹ ਪੈਦਾ ਕਰਨ ਵਾਸਤੇ, ਕਿਉਂਕਿ ਪੰਜਾਬ ਦੇ ਅੰਦਰ 6ਵਾਂ ਦਰਿਆ ਨਸ਼ਿਆਂ ਦਾ ਚੱਲਦਾ ਹੈ। ਇਹਦੇ ਵਿੱਚ ਜਿਹੜੇ ਸਾਡੇ ਬੱਚੇ ਨੇ ਪਤਿਤ ਹੋਣ ਲੱਗੇ। ਕੁਛ ਗਾਇਕੀ ਦਾ ਦੌਰ ਇਹੋ ਜਿਹਾ ਚੱਲਿਆ ਜਿਨ੍ਹਾਂ ਨੇ ਕੇਸ ਕਟਾਏ ਨੇ, ਤੇ ਬੱਚੇ ਸਾਡੇ ਉਹਨਾਂ ਦੇ ਮਗਰ ਲੱਗ ਕੇ ਕੇਸ ਕਟਾਉਂਦੇ ਰਹੇ, ਕਿਉਂਕਿ ਗਾਇਕੀ ਦਾ ਵੀ ਬੜਾ ਯੋਗਦਾਨ ਰਿਹਾ ਦਸਤਾਰ ਦੇ ਪਿੱਛੇ। ਹੁਣ ਚਲੋ ਕੁਛ ਜਿਹੜੇ ਚੰਗੇ ਸਿੰਗਰ ਨੇ ਦਸਤਾਰ ਸਜਾਉਂਦੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਜਿਹੜੇ ਬੱਚੇ ਵੀ ਦਸਤਾਰ ਸਜਾ ਰਹੇ ਨੇ। ਅਤੇ ਇਸ ਨੂੰ ਮੁੱਖ ਰੱਖ ਕੇ
ਸਮੂਹ ਨਗਰ ਨਿਵਾਸੀ ਭਵਾਨੀ ਦੀ ਸੰਗਤ ਨੇ, ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਨੇ ਇਕੱਤਰ ਹੋ ਕੇ ਇਹ ਜਿਹੜਾ ਸਮਾਗਮ ਰੱਖਿਆ। ਵੈਸੇ ਤੌਰ ਤੇ ਜੇ ਦੇਖਿਆ ਜਾਵੇ ਗੁਰੂ ਸਾਹਿਬ ਜੀ ਦੇ ਸਮੇਂ ਵੀ ਦਸਤਾਰ ਮੁਕਾਬਲੇ ਹੁੰਦੇ ਸੀ। ਜੇ ਆਪਾਂ ਦੇਖਦੇ ਹਾਂ ਸਿੱਖ ਧਰਮ ਦੇ ਅੰਦਰ ਗੁਰਦੁਆਰਾ ਦਸਤਾਰ ਸਾਹਿਬ, ਜਦੋਂ ਆਪਾਂ ਪੌਂਡਾ ਸਾਹਿਬ ਦਰਸ਼ਨ ਕਰਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੇ ਬੱਚਿਆਂ ਨੂੰ ਦਸਤਾਰ ਸਿਖਾਉਂਦੇ ਤੇ ਫਿਰ ਉਸ ਤੋਂ ਬਾਅਦ ਬੱਚਿਆਂ ਦੇ ਮੁਕਾਬਲੇ ਕਰਵਾਏ ਜਾਂਦੇ ਤੇ ਜਿਹਦੀ ਸੋਹਣੀ ਦਸਤਾਰ ਹੁੰਦੀ ਸੀ ਤੇ ਉਹਨੂੰ ਫਿਰ ਇਨਾਮ ਵੀ ਦਿੱਤਾ ਜਾਂਦਾ ਸੀ ਗੁਰੂ ਸਾਹਿਬ ਜੀ ਵੱਲੋਂ। ਇਸੇ ਤਰ੍ਹਾਂ ਹੀ ਇੱਕ ਉਦਾਹਰਨ ਮਿਲਦੀ ਹੈ ਨਾਭੇ ਰਿਆਸਤ ਦੀ। ਨਾਭੇ ਰਿਆਸਤ ਦਾ ਜਿਹੜਾ ਰਾਜਾ ਸੀ ਮਹਾਰਾਜਾ ਹੀਰਾ ਸਿੰਘ ਜੀ, ਇਹ ਕੋਹ ਪੂਰਨ ਗੁਰਸਿੱਖ ਹੋਏ ਨੇ, ਜਿਨ੍ਹਾਂ ਦੀ ਉਦਾਹਰਨ ਮਿਲਦੀ ਹੈ ਵੀ ਜੇ ਦੁਨੀਆ 'ਚ ਕੋਈ ਸਿੱਖ ਹੈ ਜਿਹੜਾ ਇੱਕ ਚੌਂਕੜੇ ਦੇ ਵਿੱਚ ਬੈਠ ਕੇ ਸੰਪੂਰਨ ਪਾਠ ਸੁਣਨ ਵਾਲਾ, ਤਾਂ ਉਹ ਮਹਾਰਾਜਾ ਹੀਰਾ ਸਿੰਘ ਸੀ। ਤੇ ਜੇ ਕਿਸੇ ਸਿੱਖ ਦੀ ਉਦਾਹਰਨ ਦਿੱਤੀ ਜਾਂਦੀ ਹੈ ਇੱਕ ਚੌਂਕੜੇ 'ਚ ਬੈਠ ਕੇ ਪਾਠ ਕਰਨ ਵਾਲਾ, ਭਾਈ ਨਾਰਾਇਣ ਸਿੰਘ, ਇਹ ਨਾਭਾ ਰਿਆਸਤ ਦਾ ਰਾਜਾ ਸੀ ਮਹਾਰਾਜਾ ਹੀਰਾ ਸਿੰਘ, ਜਿਹੜਾ ਸੋਹਣੀ ਦਸਤਾਰ ਬੰਨ੍ਹਣ ਵਾਲੇ ਨੂੰ ਬਹੁਤ ਜ਼ਿਆਦਾ ਇਨਾਮ ਮੋਹਰਾਂ ਵਜੋਂ ਸੋਨੇ ਦੀਆਂ ਦਿੰਦਾ ਸੀ। ਇਹੋ ਜਿਹੇ ਪ੍ਰਮਾਣ ਜਿਹੜੇ ਨੇ ਇਤਿਹਾਸ ਵਿੱਚ ਮਿਲਦੇ ਨੇ। ਗੁਰੂ ਸਾਹਿਬ ਜੀ ਨੇ ਵੀ ਛੋਟੇ ਬੱਚਿਆਂ ਨੂੰ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪ੍ਰੇਰਿਤ ਕੀਤਾ, ਕਿਉਂਕਿ ਜਿਹੜਾ ਛੋਟੇ ਬੱਚੇ ਹੁੰਦੇ ਨੇ ਇਹਨਾਂ ਦੇ ਉੱਪਰ ਇਹਨਾਂ ਚੀਜ਼ਾਂ ਦਾ ਅਸਰ ਹੋ ਜਾਂਦਾ ਹੈ। ਹੁਣ ਬੱਚੇ ਦਾ ਜਿਹੜਾ ਮਨ ਉਹ ਕੋਰਾ ਹੈ, ਜੇ ਇੱਧਰ ਨੂੰ ਪ੍ਰੇਰਿਤ ਹੋ ਗਿਆ ਤਾਂ ਸਾਰੀ ਜ਼ਿੰਦਗੀ ਸਿੱਖੀ ਨਾਲ ਜੁੜਿਆ ਰਹੇਗਾ ਤੇ ਉਹਦੀ ਜ਼ਿੰਦਗੀ ਖੁਸ਼ਹਾਲ ਹੋਵੇਗੀ, ਤੇ ਜੇ ਇੱਧਰੋਂ ਚਲਿਆ ਗਿਆ ਕਿਸੇ ਹੋਰ ਪਾਸੇ ਤਾਂ ਉਹਦੀ ਜ਼ਿੰਦਗੀ ਤਬਾਹ ਹੋ ਜਾਵੇਗੀ। ਇਸ ਕਰਕੇ ਜਿਹੜੇ ਪ੍ਰਬੰਧਕਾਂ ਵੱਲੋਂ ਉਪਰਾਲੇ ਕੀਤੇ ਗਏ ਨੇ ਬੜੇ ਸ਼ਲਾਘਾਯੋਗ ਨੇ। ਇਸੇ ਤਰ੍ਹਾਂ ਹੀ ਇਹ ਜਿਹੜੇ ਉਪਰਾਲੇ ਨੇ ਹੋਣੇ ਵੀ ਚਾਹੀਦੇ ਨੇ, ਜਿਵੇਂ ਹੋਰ ਕਬੱਡੀ ਦੇ ਕੱਪ ਕਰਵਾਏ ਜਾਂਦੇ ਨੇ, ਕ੍ਰਿਕਟ ਦੇ ਮੈਚ ਕਰਵਾਏ ਜਾਂਦੇ ਨੇ, ਹੋਰ ਗੇਮਾਂ ਦੇ ਕਰਵਾਏ ਜਾਂਦੇ ਨੇ। ਉਹਦੇ ਨਾਲ ਬੱਚਿਆਂ ਦੇ ਅੰਦਰ ਪ੍ਰੇਰਿਤ ਹੁੰਦੀ ਹੈ, ਬੱਚਿਆਂ ਨੂੰ ਜਿਹੜੀ ਹੈ ਇੱਕ ਨਵੀਂ ਸੇਧ ਮਿਲਦੀ ਹੈ ਵੀ ਆਪਾਂ ਵੀ ਕਬੱਡੀ ਖੇਡੀ ਜਾਂ ਕ੍ਰਿਕਟ ਖੇਡੀਏ। ਇਸੇ ਤਰ੍ਹਾਂ ਜਦੋਂ ਇਹੋ ਜਿਹੇ ਮੁਕਾਬਲੇ ਕਰਵਾਏ ਜਾਂਦੇ ਨੇ ਬੱਚਿਆਂ ਨੂੰ ਇਨਾਮ ਮਿਲਦਾ ਤੇ ਬੱਚਿਆਂ ਦੇ ਮਨ 'ਚ ਵੀ ਉਤਸ਼ਾਹ ਪੈਦਾ ਹੁੰਦਾ। ਹਜੇ ਉਹਨਾਂ ਜਿਹੜੀਆਂ ਗੇਮਾਂ ਨੇ ਉਹਨਾਂ ਵਿੱਚ ਤਾਂ ਨਸ਼ਾ ਹੈ, ਪਰ ਜੇ ਇੱਧਰ ਨੂੰ ਜੁੜ ਜਾਣਗੇ ਉਹਨਾਂ ਪਰਿਵਾਰਾਂ ਦੇ ਜੀਵਨ ਵੀ ਚੰਗੇ ਹੋ ਜਾਣੇ ਨੇ ਤੇ ਉਹਨਾਂ ਬੱਚਿਆਂ ਦੇ ਜੀਵਨ ਵੀ ਆਪਣੇ ਚੰਗੇ ਹੋ ਜਾਣੇ ਨੇ। ਇਸ ਕਰਕੇ ਸਮੂਹ ਪ੍ਰਬੰਧਕਾਂ ਵੱਲੋਂ ਜਿੰਨੇ ਵੀ ਬੱਚੇ ਆਏ ਨੇ, ਮਾਤਾ ਪਿਤਾ ਆਏ ਨੇ, ਤੇ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਤੁਸੀਂ ਆਪ ਜੀ ਨੇ ਗੱਲ ਕੀਤੀ ਕਿ ਜਿਹੜਾ ਪ੍ਰਚਾਰ ਹੈ ਸਿੱਖੀ ਦਾ ਬੜੇ ਲੈਵਲ ਤੋਂ ਚੱਲਦਾ ਆ ਰਿਹਾ ਹੈ, ਪਰ ਕਿਤੇ ਨਾ ਕਿਤੇ ਜੇ ਕੋਈ ਇਸ ਚੀਜ਼ ਦਾ ਪ੍ਰਚਾਰ ਕਰਦਾ ਹੈ, ਜਿਵੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸੀ, ਉਹਨਾਂ ਨੇ ਪ੍ਰਚਾਰ ਕੀਤਾ, ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਖ਼ਤਮ ਕਰ ਦਿੱਤਾ ਗਿਆ। ਕਿ ਇਹ ਸਿਸਟਮ ਕਿੱਥੋਂ ਤੱਕ ਠੀਕ ਹੈ, ਕਿੱਥੋਂ ਤੱਕ ਨਹੀਂ? ਦੇਖੋ, ਜੇ ਦੇਖੀ ਜਾਵੇ ਗੱਲ ਸੱਚ ਦੀ, ਜਿਹੜੀ ਸੱਚ ਨੂੰ ਤਾਂ ਮਿਟਾਇਆ ਹੀ ਜਾਂਦਾ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੇ ਸ਼ਹਾਦਤ ਦੀ ਗੱਲ ਕਰਦੇ ਹਾਂ, ਉਹ ਵੀ ਇਸੇ ਕਾਰਨ ਕਰਕੇ ਸ਼ਹਾਦਤ ਹੋਈ ਹੈ ਕਿ ਉਹ ਇੱਕ ਸੱਚ ਦੇ ਉੱਪਰ ਸੀ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਹੋਈ ਹੈ। ਪਰ ਜਿਹੜਾ ਖਾਲਸਾ ਉਹ ਕਦੇ ਝੁਕਦਾ ਨਹੀਂ, ਖਾਲਸੇ ਨੇ ਕਦੇ ਨਹੀਂ ਕਿਸੇ ਤੋਂ ਡਰਨਾ, ਚਾਹੇ ਬੇਸ਼ੱਕ ਕਿਉਂ ਨਾ ਸ਼ਹਾਦਤ ਦੇਣੀ ਪਵੇ। ਉਹ ਸੱਚ 'ਤੇ ਪਹਿਰਾ ਦੇ ਕੇ, ਕਿਉਂਕਿ ਆਪਾਂ ਅਰਦਾਸ ਦੇ ਵਿੱਚ ਇੱਕ ਸ਼ਬਦ ਪੜ੍ਹਦੇ ਹਾਂ ਵੀ ਸਿੱਖਾਂ ਨੇ ਕਿਵੇਂ ਦੀ ਸਿੱਖੀ ਨਿਭਾਉਣੀ ਆ, ਕੇਸਾਂ ਤੇ ਸਵਾਸਾਂ ਦੇ ਨਾਲ। ਉਸੇ ਤਰ੍ਹਾਂ ਹੀ ਇਹਦਾ ਸਿੱਖਾਂ ਨੇ ਆਪਣੀ ਜਿਹੜੀ ਸਿੱਖੀ ਨਿਭਾ ਕੇ ਜਾਣੀ ਹੈ। ਬੇਸ਼ੱਕ ਸਰਕਾਰਾਂ ਸਮੇਂ-ਸਮੇਂ ਇੱਦਾਂ ਕੁਛ ਕਰਦੀਆਂ ਰਹਿਣ, ਇੱਦਾਂ ਦੇ ਮਹਾਨ ਸੂਰਮੇ ਸੰਤ ਮਹਾਂਪੁਰਖ ਪੈਦਾ ਹੁੰਦੇ ਰਹਿਣੇ ਹੀ ਨੇ ਇਸੇ ਤਰ੍ਹਾਂ। ਹਾਂਜੀ, ਤੇ ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਾਂ ਅਰਦਾਸ ਵਿੱਚ ਮੰਗਣੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਤੇ ਉਵੇਂ ਜਦੋਂ ਕੋਈ ਨੌਜਵਾਨ ਪਤਿਤ ਹੋਇਆ ਸਿੱਖੀ ਨਾਲ ਜੁੜਦਾ ਹੈ, ਦੁਬਾਰਾ ਉਹ ਸਿੱਖੀ ਦੇ ਵਿੱਚ ਆਉਂਦਾ ਹੈ, ਉਹਨੂੰ ਵੀ ਕਿਤੇ ਨਾ ਕਿਤੇ ਖ਼ਤਮ ਮਿਟਾ। ਜਿਵੇਂ ਆਪਣੇ ਵਿੱਚ ਮਹਾਨ ਹਸਤੀਆਂ ਦਾ ਪਿੱਛੇ ਜੇ ਕਤਲ ਹੋਇਆ, ਜਿਵੇਂ ਵੀਰਦੀਪ ਸਿੱਧੂ, ਜਿਨ੍ਹਾਂ ਨੇ ਸਿੱਖ ਪੰਥ ਦੀ ਆਵਾਜ਼ ਚੁੱਕੀ, ਸੋਚ 'ਤੇ ਪਹਿਰਾ ਦਿੱਤਾ, ਤੇ ਕਿਤੇ ਨਾ ਕਿਤੇ ਸਰਕਾਰ ਨੇ, ਸਿਸਟਮ ਨੇ ਉਹਨਾਂ ਉੱਤੇ ਵੀ ਬੜਾ ਕੁਝ ਅਤਿਆਚਾਰ ਕੀਤਾ। ਉਹ ਇਸ ਤਰ੍ਹਾਂ ਕਰਦੀ ਹੈ ਸਰਕਾਰ ਅਤਿਆਚਾਰ, ਕਿਉਂਕਿ ਹੋਰ ਕਿਸੇ ਤੋਂ ਡਰ ਨਹੀਂ ਹੈਗਾ ਕਿਸੇ ਨੂੰ ਵੀ, ਸਰਕਾਰ ਨੂੰ। ਜੇ ਆਪਾਂ ਇਤਿਹਾਸ ਦੇਖਦੇ ਹਾਂ, ਜਾਂ ਅੰਗਰੇਜ਼ ਆਏ ਹਿੰਦੁਸਤਾਨ, ਜਾਂ ਮੁਗਲਿਆ ਹਕੂਮਤ ਰਹੀ, ਜਾਂ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਸਾਡੇ ਇਸ ਦੇਸ਼ ਦੇ ਹੀ ਲੋਕ ਜਿਹੜੇ ਪ੍ਰਧਾਨ ਮੰਤਰੀ ਬਣੇ ਜਾਂ ਮੁੱਖ ਮੰਤਰੀ ਬਣੇ ਸਟੇਟਾਂ ਦੇ, ਉਹਨਾਂ ਦਾ ਮਕਸਦ ਇੱਕ ਸਿੱਖੀ ਟਾਰਗੇਟ ਕਿਉਂ ਹੋਇਆ? ਕਿਉਂਕਿ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਸੱਚ ਦਾ ਉਪਦੇਸ਼ ਦਿੱਤਾ ਹੈ
ਜਿਹੜੇ ਉਹ ਵੀ ਜਿਹੜੇ ਵੀਰ ਸਾਡੇ ਆਏ ਸਿੱਖੀ ਤੋਂ ਪਹਿਲਾਂ ਦੂਰ ਹੋ ਗਏ ਸੀ, ਦੁਬਾਰਾ ਸਿੱਖੀ ਸ਼ਾਮਲ ਹੋਏ, ਉਹਨਾਂ ਨੂੰ ਇਸ ਗੱਲ ਦਾ ਖਤਰਾ ਹੋ ਗਿਆ ਵੀ ਕਿਤੇ ਇਹ ਉਸੇ ਤਰ੍ਹਾਂ ਹੀ ਉਸ ਪਹਿਰੇ 'ਤੇ ਦੇ ਕੇ ਦ੍ਰਿੜਤਾ ਦੇ ਨਾਲ ਉਹ ਕੰਮ ਨਾ ਕਰਨ ਜਿਵੇਂ ਪਹਿਲਾਂ ਗੁਰੂ ਕਾ ਖਾਲਸਾ ਕਾਰਜ ਕਰਦਾ ਹੈ। ਇਸ ਕਰਕੇ ਉਹ ਸਾਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦੇ ਨੇ। ਖਾਲਸਾ ਦਾ ਨਿਆਰਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਅਤੇ ਸਤਿਗੁਰੂ ਜੀ ਨੇ ਵਚਨ ਕੀਤਾ, ਇਸ ਕਰਕੇ ਉਹ ਨਿਆਰੇਪਣ ਕਰਕੇ ਸਾਡੇ ਨਿਆਰੇਪਣ ਨੂੰ ਇਹ ਖਤਮ ਕਰਕੇ ਉਸ ਦਿਖਾਉਂਦੇ ਨੇ ਵੀ ਅਸੀਂ ਖਤਮ ਕਰ ਦਾਂਗੇ। ਪਰ ਸਿੰਘਾਂ ਕਦੀ ਝੁਕਣਾ ਨਹੀਂ, ਸਿੰਘਾਂ ਕਦੀ ਮੁੱਕਣਾ ਨਹੀਂ। ਸਿੰਘਾਂ ਨੂੰ ਝੁਕਾਉਣ ਵਾਲਾ, ਸਿੰਘਾਂ ਨੂੰ ਮੁਕਾਉਣ ਵਾਲਾ ਖਿਆਲ ਇੱਕ ਜਨੂਨ ਹੈ, ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਕਲਗੀਧਰ ਦਾ ਖੂਨ ਹੈ। ਇਸ ਕਰਕੇ ਸਿੰਘਾਂ ਨੇ ਨਹੀਂ ਮੁੱਕਣਾ। ਬੇਸ਼ੱਕ ਇਹ ਜਿੰਨੇ ਮਰਜ਼ੀ ਸ਼ਹੀਦ ਕਰ ਦੇਣ, ਅਤੇ ਜੇ ਇੱਕ ਨੂੰ ਸ਼ਹੀਦ ਕਰਦੇ ਨੇ, ਹੋਰ ਲੱਖਾਂ ਹੀ ਦੀਪ ਸਿੱਧੂ ਵਰਗੇ ਹੋਰ ਇਹੋ ਜਿਹੇ ਗੁਰਸਿੱਖ ਪੈਦਾ ਹੁੰਦੇ ਰਹਿਣਗੇ ਸਮੇਂ-ਸਮੇਂ। ਹਾਂਜੀ ਹਾਂਜੀ, ਬਿਲਕੁਲ ਬਹੁਤ ਸੋਹਣਾ ਤਰੀਕੇ ਨਾਲ ਸਾਨੂੰ ਦੱਸਿਆ ਮਹਾਂਪੁਰਸ਼ਾਂ ਨੇ। ਸੋ ਅਸੀਂ ਧੰਨਵਾਦ ਕਰਨੇ ਆ ਸਾਰਿਆਂ ਦਾ ਕਿ ਸਾਡੇ ਨਾਲ ਪ੍ਰਬੰਧਕ ਸੱਜਣ ਬੈਠੇ ਨੇ। ਸੋ ਬੜਾ ਵਧੀਆ ਸਾਡੇ ਨਾਲ ਪ੍ਰਧਾਨ ਸਾਹਿਬ ਬੈਠੇ ਨੇ ਗੁਰਦੁਆਰਾ ਸਾਹਿਬ ਦੇ। ਜਿਵੇਂ ਪ੍ਰਬੰਧਕ ਕਮੇਟੀ ਦਾ ਸਹਿਯੋਗ ਹੁੰਦਾ ਪਿੰਡਾਂ ਵਿੱਚ ਮੁਕਾਬਲੇ ਕਰਵਾਉਣੇ, ਅਤੇ ਸਾਡੇ ਨਾਲ ਪ੍ਰਧਾਨ ਸਾਹਿਬ ਵੀ ਬੈਠੇ ਨੇ। ਆਓ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਕਿ ਇਹ ਜਿਹੜੇ ਮੁਕਾਬਲੇ ਹਨ ਆਪ ਜੀ ਦੇ ਸਦਕਾ ਦੇ, ਆਪ ਜੀ ਦੇ ਪਿਆਰ ਦੇ ਨਾਲ ਹੋ ਰਹੇ ਹਨ। ਕਿ ਇਹ ਮੁਕਾਬਲੇ ਹਰ ਥਾਂ ਜਗ੍ਹਾ 'ਤੇ ਹੋਣੇ ਚਾਹੀਦੇ ਹਨ? ਹਾਂਜੀ ਹਾਂਜੀ, ਹੋਣੇ ਚਾਹੀਦੇ ਨੇ। ਹਾਂਜੀ ਬਿਲਕੁਲ ਜੀ, ਜਿਵੇਂ ਕਹਿ ਰਹੇ ਨੇ ਕਿ ਹੋਣੇ ਚਾਹੀਦੇ ਹਨ। ਅਤੇ ਅਸੀਂ ਆਪ ਜੀ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਕਿ ਆਪ ਜੀ ਦੇ ਨਗਰ ਵਿੱਚ ਇਹ ਪਹਿਲਾ ਪ੍ਰੋਗਰਾਮ ਹੈ ਜਾਂ ਦੂਸਰਾ ਜੀ? ਨਹੀਂ, ਦੂਜਾ। ਪਹਿਲਾਂ ਵੀ ਹੋ ਚੁੱਕਿਆ, ਪਹਿਲਾਂ ਵੀ ਹੋਇਆ, ਯਾਨੀ ਸਾਡੀ ਕਮੇਟੀ ਵੇਲੇ ਪਹਿਲਾਂ ਹੀ ਆ। ਠੀਕ ਹੈ ਜੀ, ਜਿਵੇਂ ਸਾਨੂੰ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਕਿ ਇਹਨਾਂ ਵੱਲੋਂ ਪਹਿਲਾ ਮੁਕਾਬਲਾ ਕਰਵਾਇਆ ਗਿਆ ਹੈ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸੱਜਣਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪ ਜੀ ਇਸ ਨਗਰ ਵਿੱਚ ਪਿੰਡ ਭਵਾਨੀ ਵਿਖੇ ਇਹ ਛੋਟੇ ਬੱਚਿਆਂ ਜਿਹੜੇ ਮੁਕਾਬਲੇ ਕਰਾਏ ਜਾ ਰਹੇ ਹਨ, ਕੇਸਾਂ ਦੇ, ਜੂੜੇ ਗੁੰਦਣ ਦੇ ਮੁਕਾਬਲੇ, ਇਹਨਾਂ ਤੋਂ ਜਿਹੜੇ ਕੇਸਾਂ ਦੇ ਮੁਕਾਬਲੇ ਕਰਾਉਣ ਦਾ ਇਹੀ ਮਹੱਤਵ ਹੈ ਕਿ ਜਿਹੜੇ ਕੇਸ ਨੇ ਉਹ ਸਿੱਖੀ ਦੇ ਵਿੱਚ ਕਿਵੇਂ ਪ੍ਰਫੁੱਲਿਤ ਕੀਤੇ ਜਾਣ। ਜਿਵੇਂ ਆ ਛੋਟੇ ਬੱਚੇ ਵਿੱਚ ਚਾਅ ਹੈ ਕਿ ਅਸੀਂ ਕੇਸਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਾਂ, ਉੱਥੇ ਹੀ ਬੜਾ ਚਾਅ ਹੈ ਮਾਵਾਂ ਦੇ ਵਿੱਚ ਵੀ, ਆਪਣੇ ਬੱਚਿਆਂ ਦੇ ਮਾਂ ਪਿਓ ਦੇ ਵਿੱਚ ਵੀ, ਕਿ ਸਾਡੇ ਬੱਚੇ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ। ਛੋਟੇ ਛੋਟੇ ਬੱਚੇ ਸਾਡੇ ਕੋਲ ਪਹੁੰਚੇ ਹੋਏ ਨੇ, ਜਿੱਥੇ ਇਹ ਬੱਚੇ ਸੋਹਣੇ ਕੇਸ ਨੇ ਜਿਨ੍ਹਾਂ ਬੱਚਿਆਂ ਨੇ ਆਪਣੇ ਕੇਸਾਂ ਦੀ ਸੰਭਾਲ ਕੀਤੀ ਹੈ। ਇਹਨਾਂ ਦਾ ਮੇਨ ਮਕਸਦ ਇਹੀ ਹੈ, ਜਿਵੇਂ ਜੂੜਾ ਗੁੰਦਣਾ, ਕੇਸਾਂ ਦੀ ਸੰਭਾਲ ਕਰਨ ਦਾ ਇਹੀ ਅਰਥ ਹੈ ਕਿ ਜਿਹੜੇ ਬੱਚੇ ਨੂੰ ਜੂੜਾ ਗੁੰਦਣਾ ਆ ਗਿਆ, ਉਸ ਬੱਚੇ ਨੂੰ ਆਪਣੇ ਕੇਸਾਂ ਦੀ ਸੰਭਾਲ ਕਰਨੀ ਵੀ ਆ ਗਈ, ਅਤੇ ਜਿਹਨੇ ਕੇਸਾਂ ਦੀ ਸੰਭਾਲ ਕਰ ਲਈ ਉਹਨੇ ਆਪਣੇ ਸੀਸ ਉੱਤੇ ਸੋਹਣੀ ਦਸਤਾਰ ਵੀ ਸਜਾ ਲਈ। ਅਤੇ ਬਹੁਤ ਧੰਨਵਾਦ ਕਰਦੇ ਹਾਂ ਸਾਡੇ TRC ਚੈਨਲ ਵਾਲੇ ਵੀਰਾਂ ਵਾਲਿਆਂ ਦਾ, ਕਿਉਂਕਿ ਜਿਹੜੇ ਵੀਰ ਸਾਡੇ ਕੋਲ ਪਹੁੰਚੇ ਨੇ ਜਾਂ ਕੁਝ ਆਪਣੇ ਜਿਹੜੇ ਬੱਚੇ ਆ ਰਹੇ ਨੇ, ਕਿਉਂਕਿ ਸਾਡਾ ਇਹੀ ਮਨੋਰਥ ਹੈ। ਨਗਰ ਵਾਸੀਆਂ ਵੱਲੋਂ ਬੇਨਤੀ ਕੀਤੀ ਗਈ ਕਿ ਭਾਈ ਅਸੀਂ ਮੁਕਾਬਲੇ ਕਰਵਾਉਣੇ ਨੇ, ਅਤੇ ਇਸ ਮੁਕਾਬਲੇ ਦੀ ਕਵਰੇਜ ਕਰਨ ਵਾਲੇ ਪਹੁੰਚੇ ਨੇ ਸਾਡੇ ਜਗਤਾਰ ਸਿੰਘ ਜੀ ਘੁੜਾਣੀ ਕਲਾਂ ਤੋਂ। ਇਹਨਾਂ ਦਾ ਵੀ ਬੜੇ ਉਚੁੱਚੇ ਤੌਰ 'ਤੇ ਧੰਨਵਾਦ ਹੈ। ਕਾਫੀ ਲੰਮੇ ਸਮੇਂ ਤੋਂ ਅਸੀਂ ਇਹਨਾਂ ਦੇ ਨਾਲ ਰਹਿੰਦੇ ਹਾਂ, ਅਤੇ ਛੋਟੇ ਬੱਚਿਆਂ ਦਾ ਮੈਂ ਕਹਿੰਦਾ ਧੰਨਵਾਦ ਇਹਨਾਂ ਦੀ ਮਾਵਾਂ ਦਾ, ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਭੇਜਿਆ ਹੈ। ਸਾਡਾ ਮੁਕਾਬਲੇ ਕਰਾਉਣ ਦਾ ਇਹੀ ਭਾਵ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ, ਵੱਧ ਤੋਂ ਵੱਧ ਬੱਚੇ ਆਪਣੇ ਕੇਸਾਂ ਦੀ ਸੰਭਾਲ ਕਰਨ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।
कर है सेई जन सोने वाहू वाहू 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 कर है सेई जन सोने तिनको प्रजा पूजन आई तिनको प्रजा पूजन आई तिनको प्रजा पूजन आई तिनको प्रजा पूजन आई वाहो वाहो कर है सेई जन सोने 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 तिनको प्रजा पूजन आई तिनको प्रजा पूजन आई तिनको प्रजा पूजन आई तिनको प्रजा पूजन आई वाहो वाहो कर है सेई जन सोने 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਵੀਰ ਜੀ ਇਹਨਾਂ ਦੀਆਂ ਮਾਤਾਵਾਂ ਨੂੰ ਔਰ ਇਹਨਾਂ ਨੂੰ ਵੀ ਆਪ ਜੀ ਕਿਰਪਾ ਕਰਕੇ ਆਪਦੇ ਬੱਚਿਆਂ ਦੇ ਕੇਸ ਇਸੇ ਤਰ੍ਹਾਂ ਸਹੀ ਸਲਾਮਤ ਰੱਖਿਓ ਤੇ ਆ ਇਹ ਪਚੰਗੀ ਨੇ ਪਚੰਗੀਆਂ ਤੋਂ ਤੁਸੀਂ ਭਾਈ ਆਪਦਾ ਪਾਲਣ ਕਰੋ ਵੀ ਅਸੀਂ ਵੱਡੇ ਹੋ ਕੇ ਕੇਸ ਨਹੀਂ ਕਤਲ ਕਰਾਵਾਂਗੇ ਨਾ। ਮਾਮਾ ਨੂੰ ਇਹ ਆ ਵੀ ਆਪਦੇ ਬੱਚਿਆਂ ਦੀ ਵੀ ਕੇਸ ਨਾ ਕਤਲ ਕਰਾਇਓ ਤੁਹਾਡੇ ਬੱਚੇ ਸਿੱਖੀ ਸਰੂਪ ਵਿੱਚ ਰਹਿਣਗੇ ਤਾਂ ਤੁਹਾਡੀ ਵੀ ਸ਼ਾਨ ਉੱਚੀ ਤੇ ਇਹਨਾਂ ਦੀ ਵੀ ਸ਼ਾਨ ਉੱਚੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਤੁਹਾਡੇ ਬੱਚੇ ਦੇ ਬਹੁਤ ਲੰਬੇ ਕੇਸ ਨੇ ਹਾਂਜੀ ਬਹੁਤ ਫਖਰ ਮਹਿਸੂਸ ਹੁੰਦਾ ਜੇ ਇੱਥੇ ਪ੍ਰੋਗਰਾਮ ਚਾਹੋਗੇ ਸਾਨੂੰ ਵੀ ਫਖਰ ਮਹਿਸੂਸ ਹੁੰਦਾ। ਹਾਂਜੀ ਕੀ ਤੁਸੀਂ ਆਪਣੇ ਬੱਚੇ ਦੇ ਪ੍ਰਤੀ ਇਦਾਂ ਹੀ ਕੇਸਾਂ ਬਾਰੇ ਵਫਾਦਾਰ ਰਹੋਗੇ? ਹਾਂਜੀ ਮੈਨੂੰ ਮੇਰੇ ਬੱਚੇ ਦੇ ਲੰਬੇ ਕੇਸਾਂ ਤੇ ਬਹੁਤ ਮਾਣ ਆ ਤੇ ਮੈਂ ਉਹਦੇ ਵਾਲਾਂ ਦੀ ਬਹੁਤ ਕੇਅਰ ਕਰਦੀ ਆ ਤੇ ਮੈਂ ਅੱਗੇ ਵੀ ਚਾਹੁੰਦੀ ਹਾਂ ਵੀ ਮੇਰੇ ਬੱਚੇ ਦੇ ਵਾਲ ਇਦਾਂ ਹੀ ਰਹਿਣਗੇ ਤੇ ਮੈਂ ਇਦਾਂ ਹੀ ਰੱਖੂੰਗੀ ਜਿੰਨਾ ਟਾਈਮ ਮੈਂ ਉਹ ਧਿਆਨ ਪੂਰਾ ਰੱਖੂੰਗੀ ਉਹਦੇ ਵਾਲਾਂ ਦਾ। ਕਿਉਂਕਿ ਜਦ ਤੋਂ ਬਾਅਦ ਨਾ ਪਟਕੇ ਤੋਂ ਬਾਅਦ ਇਹਨਾਂ ਦੀ ਉਮਰ 15-20 ਸਾਲ ਹੋ ਜਾਣੀ ਹੈ ਤਾਂ ਇਹਨੂੰ ਪੱਗ ਦਾ ਜ਼ਰੂਰ ਦੱਸਿਓ। ਹਾਂਜੀ ਕਿਉਂਕਿ ਅੱਜ ਅਸੀਂ ਇਸ ਚੀਜ਼ ਤੋਂ ਬਹੁਤ ਭਟਕੇ ਹੋਏ ਹਾਂ ਜਦੋਂ ਬੱਚੇ ਨੂੰ ਘਰੋਂ ਹੀ ਨਹੀਂ ਪੱਗ ਦਾ ਪਤਾ ਲੱਗਦਾ ਬਾਹਰ ਉਹਨੂੰ ਪੱਗ ਦਾ ਕੀ ਪਤਾ ਲੱਗਣਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਆਪਣੇ ਬੱਚੇ ਨੂੰ ਜੀ ਪੱਗ ਬਾਰੇ ਪੂਰਾ ਜਾਗਰੂਕ ਕਰੂੰਗੀ ਤੇ ਉਹਨੂੰ ਪੱਗ ਬਾਰੇ ਜੋ ਵੀ ਉਹਦਾ ਸੰਖੇਪ ਇਤਿਹਾਸ ਆ ਪੱਗ ਬਾਰੇ ਉਹ ਨਾਲ ਦੀ ਨਾਲ ਉਹਨੂੰ ਉਸ ਤੋਂ ਜਾਣੂ ਕਰਵਾਉਂਦੀ ਰਹਾਂਗੀ। ਕਿਉਂਕਿ ਜੇ ਆਪਾਂ ਮਾਂ ਗੁਜਰੀ ਦਾ ਸੰਦੇਸ਼ ਕਿਸੇ ਨੂੰ ਦਵਾਂਗੇ ਨਾ ਹਾਂਜੀ ਤਦ ਸਾਨੂੰ ਪਤਾ ਲੱਗੂਗਾ ਨਾ ਪੱਗ ਬਾਰੇ ਕੀ ਸਾਹਿਬਜ਼ਾਦਿਆਂ ਬਾਰੇ। ਹਾਂਜੀ ਕਿਉਂਕਿ ਤੁਸੀਂ ਇਹ ਤੇ ਪਹਿਰਾ ਦੋਗੇ ਪੂਰਾ। ਹਾਂਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਮਹਿਸੂਸ ਹੋਇਆ ਤੁਹਾਨੂੰ ਜੂੜਾ ਗੁੰਦ ਕੇ ਜੀ ਅੱਜ? ਅੱਜ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੂੜਾ ਗੁੰਦ ਕੇ ਜੀ। ਗੁਰੂ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਆਪਣੀ ਬੱਚਿਆਂ ਤੇ ਸਾਡੇ ਤੇ। ਮਾਤਾ ਜੀ ਤੁਹਾਡਾ ਪਿੰਡ ਕਿਹੜਾ? ਗਿੱਦੜੀ ਹੈ ਜੀ। ਕਿਹੜਾ ਪਿੰਡ ਆ ਤੁਹਾਡਾ? ਗਿੱਦੜੀ। ਅੱਛਾ ਇਹ ਬੱਚਾ ਤੁਹਾਡਾ ਕੀ ਲੱਗਦਾ? ਇਹ ਦੋਤਾ ਲੱਗਦਾ ਜੀ। ਅੱਛਾ ਨਾਨੀਆਂ ਨੂੰ ਦੋਤੇ ਤਾਂ ਬਹੁਤ ਪਿਆਰੇ ਹੁੰਦੇ ਨੇ। ਹਾਂਜੀ ਤੇ ਤੁਸੀਂ ਇਹ ਜੂੜੇ ਪ੍ਰਤੀ ਪੂਰੇ ਰੱਖਿਆ? ਹਾਂਜੀ ਤੁਹਾਡੀ ਬੇਟੀ ਨਹੀਂ ਆਈ ਅੱਜ? ਹਾਂਜੀ ਬੇਟੀ ਆਏ ਨਹੀਂ ਹੈਗੇ ਘਰੇ ਰਹਿਤੇ। ਅੱਛਾ ਹਾਂਜੀ ਤੇ ਤੁਸੀਂ ਪੂਰਾ ਰੱਖੋਗੇ ਕਿਸਾਂ ਦਾ ਪੂਰਾ ਪੈਰਾ? ਹਾਂਜੀ ਚੰਗਾ ਮਾਤਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਇਹ ਉਪਰਾਲਾ ਤੁਹਾਡਾ
ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਇਸ ਉਪਰਾਲੇ ਤੇ? ਮੈਂ ਇਸ ਉਪਰਾਲੇ ਤੋਂ ਇਹੀ ਮੈਸੇਜ ਦੇਣਾ ਚਾਹੂੰਗੀ ਮਾਵਾਂ ਨੂੰ, ਬੱਚਿਆਂ ਨੂੰ, ਖਾਸ ਕਰ ਤੇ ਪਹਿਲਾਂ ਆਪਣੇ ਮਾਵਾਂ ਨੂੰ, ਭੈਣਾਂ ਨੂੰ ਇਹ ਮੈਸੇਜ ਹੈ ਕਿ ਇਸੇ ਤਰ੍ਹਾਂ ਆਪਣੇ ਬੱਚਿਆਂ ਦੇ ਕੇਸਾਂ ਨੂੰ ਸਾਂਭ ਕੇ ਰੱਖਣ, ਕਿਉਂਕਿ ਜਿਸ ਤਰ੍ਹਾਂ ਮਾਤਾ ਗੁਜਰ ਕੌਰ ਜੀ ਨੇ ਆਪਣੇ ਪੋਤਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜਿਹੜੇ ਰਾਹ 'ਤੇ ਤੋਰਿਆ, ਅਸੀਂ ਵੀ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਇਸੇ ਰਾਹ 'ਤੇ ਤੋਰਦੇ ਰਹੀਏ। ਮੈਂ ਤਾਂ ਇਹੀ ਮੈਸੇਜ ਕਰੂੰਗੀ। ਅੱਜ ਬਹੁਤ ਖੁਸ਼ੀ ਹੋਈ ਹੈ, ਬਹੁਤ ਜ਼ਿਆਦਾ, ਕਿ ਆਪਾਂ ਆਪਣੀਆਂ ਕੀ ਕਹਿੰਦੇ ਧੀਆਂ ਦੇ ਕੇਸ ਰੱਖਦੇ ਹਾਂ। ਅੱਜ ਅਸੀਂ ਮੁੰਡਿਆਂ ਦੇ ਕੇਸ ਵੀ ਦੇਖੇ ਹੋਏ ਆ, ਇੰਨੇ ਲੰਬੇ, ਉਹਨਾਂ ਦੀ ਲੈਂਥ ਅਸੀਂ 45 ਇੰਚ 48 ਇੰਚ ਦੇਖਿਆ। ਤੇ ਇਹਦੇ ਪਿੱਛੇ ਇਹ ਹੈ ਕਿ ਮਾਤਾਵਾਂ ਹੀ ਸਾਂਭਦੀਆਂ ਨੇ। ਤਾਂ ਮੈਂ ਇਹਨਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਤਾਂ TRC ਗੁਡਾਨੀ YouTube ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਸਾਡੇ ਆ ਪੂਰੇ ਪ੍ਰੋਗਰਾਮ ਨੂੰ ਰਿਕਾਰਡ ਕੀਤਾ ਵਾ। ਤੇ ਇਸੇ ਤਰ੍ਹਾਂ ਮੈਂ ਚਾਹੁੰਦੀ ਹਾਂ ਇਹ ਚੈਨਲ ਚੜ੍ਹਦੀ ਕਲਾ ਦੇ ਵਿੱਚ ਰਵੇ, ਤਾਂ ਇਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦਾ ਰਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, 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 ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ। ਤਿਨ ਕੋ ਪਰਜਾ ਪੂਜਣ ਆਈ, 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 ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ। ਤਿਨ ਕੋ ਪਰਜਾ ਪੂਜਣ ਆਈ, 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 ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ, ਵਾਹੋ ਵਾਹੋ ਕਰ ਹੈ ਸਈ ਜਨ ਸੋਹਣੇ। ਸਾਹਿਬਜ਼ਾਦਾ ਬਾਬਾ ਜੀ ਸਿੰਘ, ਸਾਹਿਬਜ਼ਾਦਾ ਬਾਬਾ ਜੀਰਾ ਸਿੰਘ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਪੰਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ, ਤਖਤ ਸ੍ਰੀ ਪਟਨਾ ਸਾਹਿਬ ਬਿਹਾਰ, ਤਖਤ ਸ੍ਰੀ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ ਆਈ,
प्रजा पूजन आई, तिनको प्रजा पूजन आई, तिनको प्रजा पूजन आई, तिनको प्रजा पूजन आई। वाहो वाहो करे सेई जन सोने, वाहो वाहो करे सेई जन सोने, वाहो वाहो करे सेई जन सोने, वाहो वाहो करे सेई जन सोने। वाहो वाहो कर्म परापत होवे, वाहो वाहो कर्म परापत होवे, नानक दर साचे शोभा पाई, नानक दर साचे शोभा पाई। तिनको प्रजा पूजन आई, तिनको प्रजा पूजन आई, तिनको प्रजा पूजन आई, तिनको प्रजा पूजन आई। वाहो वाहो करे सेई जन सोने, वाहो वाहो करे सेई जन सोने, वाहो वाहो करे सेई जन सोने, वाहो वाहो करे सेई जन सोने। वाहो वाहो करती रसना शब्द सुहाई, वाहो वाहो करती रसना शब्द सुहाई। पूरे शब्द प्रभ मिल आई, पूरे शब्द प्रभ मिल आया। सेई जन सोने, वाहो वाहो करे सेई जन सोने, वाहो वाहो करे सेई जन सोने, वाहो वाहो करे सेई जन सोने। तिनको प्रजा पूजन आई, तिनको प्रजा पूजन आई, तिनको प्रजा पूजन आई, तिनको प्रजा पूजन आई। वाहो वाहो करे सेई जन सोने, वाहो वाहो करे सेई जन सोने, वाहो वाहो करे सेई जन सोने, वाहो वाहो करे सेई जन सोने। तिनको सो जितने भी बच्चे या संगतां बाहर फिर रही ने सारिਆਂ ਨੂੰ ਬੇਨਤੀ है कृपा करके ਸਾਹਿਬ श्री गुरु ग्रंथ साहब महाराज की पावन कृपा हजूरी अंदर पहुंचने की कृपालता करो जी। तो अपने कमाए हुए कुछ बचन कुछ मिनटों वास्ते संगतां नाल साझी करनगे। सो महापुरख बेनती कर नगरवाणी उत्तराखंड कमेटी एनसीसी की जो भी प्रबंधक ने
ਇਹ ਪ੍ਰੋਗਰਾਮ ਇੱਕ ਲੰਮੇ ਕੇਸ ਤੇ ਸੋਹਣੀਆਂ ਦਸਤਾਰਾਂ, ਸੋਹਣੇ ਦਮਾਲੇ, ਪੱਗਾਂ ਬੱਚਿਆਂ ਦੇ ਵਿੱਚ ਉਤਸ਼ਾਹ ਭਰਨ ਦੇ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਪੱਗ ਦਸਤਾਰ ਇਹ ਸਾਡਾ ਵਿਰਸਾ ਹੈ, ਗੁਰੂਆਂ ਦੀ ਬਖਸ਼ਿਸ਼ ਹੈ, ਸੱਭਿਆਚਾਰ ਹੈ ਤੇ ਇੱਜ਼ਤ ਅਣਖ ਦੀ ਨਿਸ਼ਾਨੀ ਹੈ। ਬਾਣੀ ਦੇ ਵਿੱਚ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਵੀ ਲੰਮੇ ਕੇਸਾਂ ਵਾਲਾ ਕਿਹਾ, ਸੋਹਣੇ ਨੱਕ ਜਿਹਨੇ ਲੰਮਣੇ ਪਾਉਂਦਾ, ਇਹ ਸੁੰਦਰ ਸਰੂਪ ਗੁਰੂ ਸਾਹਿਬਾਨ ਪਰਮਾਤਮਾ ਲੰਮੇ ਕੇਸਾਂ ਵਾਲਾ, ਸਾਬਤ ਸੂਰਤ ਦਸਤਾਰ ਸਿਰ ਦਸਤਾਰ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਜਾਉਂਦੇ ਰਹੇ ਸਾਡੇ ਦੇਸ਼ ਦੀ। ਸੋ ਇਹ ਬਹੁਤ ਵੱਡੀ ਬਖਸ਼ਿਸ਼ ਹੈ। ਅੱਜ ਪਰੰਤੂ ਸਮਾਜ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਹੀ ਨੌਜਵਾਨ ਜਿਹੜੇ ਹਨ ਕੇਸ ਕਟਾ ਰਹੇ ਨੇ, ਪਤਤ ਹੋ ਰਹੇ ਨੇ। ਅੱਜ ਤੋਂ ਕੁਝ ਸਮਾਂ ਪਹਿਲਾਂ ਜੇ ਵਿਚਾਰੀਏ ਤਾਂ ਕੋਈ ਬਿਨਾਂ ਕੇਸਾਂ ਤੋਂ ਤੇ ਬਿਨਾਂ ਦਸਤਾਰਾਂ ਤੋਂ, ਬਿਨਾਂ ਦਮਾਲਿਆਂ ਤੋਂ ਨਜ਼ਰ ਨਹੀਂ ਸੀ ਆਉਂਦੇ ਹੁੰਦੇ, ਪਰੰਤੂ ਅੱਜ ਕਈ ਵਾਰੀ ਬੜੇ ਦੁੱਖ ਹੁੰਦਾ ਹੈ ਜਦੋਂ ਦੇਖੀਦਾ ਸ਼ਹਿਰਾਂ ਦੇ ਵਿੱਚ ਕੋਈ ਵਿਰਲੇ ਦਸਤਾਰਾਂ ਵਾਲੇ, ਪੱਗਾਂ ਵਾਲੇ, ਪਾਣੀ ਵਾਲੇ ਜਿਹੜੇ ਹਨ ਗੁਰਸਿੱਖ ਨੌਜਵਾਨ ਮੁੰਡੇ ਨਜ਼ਰ ਆਉਂਦੇ ਹਨ। ਸੋ ਇਹ ਜਿਹੜੇ ਸਮਾਗਮ ਨੇ ਇਹਦੇ ਵਿੱਚ ਬਹੁਤ ਸਹਾਇਕ ਹੋਣਗੇ ਬੱਚਿਆਂ ਦੇ ਵਿੱਚ, ਨੌਜਵਾਨ ਲੜਕੀਆਂ ਦੇ ਵਿੱਚ ਕੇਸਾਂ ਦੇ ਪ੍ਰਤੀ, ਦਸਤਾਰਾਂ ਦੇ ਪ੍ਰਤੀ ਜੋ ਉਤਸ਼ਾਹ ਤੇ ਗੁਰੂ ਕਾ ਬਾਣਾ ਦਮਾਲਿਆਂ ਦੇ ਪ੍ਰਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਜੰਗੀ ਇਹ ਪ੍ਰਤੀ, ਜੰਗੀ ਬਾਣਾ ਦਸਤਾਰ ਦਮਾਲੇ ਇਹ ਬਖਸ਼ਿਸ਼ ਕੀਤੇ ਇਹ। ਔਰ ਜੰਗ ਦੇ ਵਿੱਚ ਵੀ ਸਿੰਘ ਦਾ ਜਿਹੜਾ ਦਮਾਲਾ ਨਹੀਂ ਸੀ ਰਹਿੰਦਾ ਹੁੰਦਾ, ਸੀਸ ਲੈ ਜਾਂਦਾ ਸੀ ਪਰੰਤੂ ਦਮਾਲਾ ਨਹੀਂ ਸੀ ਰਹਿੰਦਾ। ਸੋ ਸਤਿਗੁਰੂ ਜੀ ਖੁਦ ਵੀ ਜਿਹੜੇ ਹਨ ਇਹ ਮੁਕਾਬਲੇ ਕਰਵਾਇਆ ਕਰਦੇ ਸਨ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਹੀ ਦਮਾਲਗੜ੍ਹ ਗੁਰਦੁਆਰਾ ਸੁਸ਼ੋਭਿਤ ਹੈ। ਦਮਾਲਗੜ੍ਹ ਦੇ ਦਮਾਲੇ ਦਸਤਾਰ ਸਜਾਏ ਜਾਂਦੇ ਸਨ, ਦੋ ਹੀ ਦਸਤਾਰ, ਇੱਕ ਨੀਚੇ ਕੇਸ ਕੀ ਫਿਰ। ਸੋ ਦਮਾਲਗੜ੍ਹ ਦਮਾਲੇ ਦਸਤਾਰ ਇੱਥੇ ਸਜਾਉਂਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਜੋ ਦਸ਼ਮੇਸ਼ ਪਿਤਾ ਜੀ ਦੇ ਛੋਟੇ ਲਾਲ ਸਨ। ਵੱਡਾ ਜਿਹੜਾ ਹੈ ਮੂੰਗਾ ਸਜਾ ਕੇ, ਦਮਾਲਾ ਸਜਾ ਕੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਆਏ ਤੇ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੱਸਿਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਸਤਿਗੁਰਾਂ ਨੇ ਉੱਠ ਕੇ ਸਤਿਕਾਰ ਕੀਤਾ, ਉੱਠ ਕੇ ਸਤਿਕਾਰ ਕੀਤਾ ਤੇ ਕਿ ਇਹ ਅਕਾਲ ਪੁਰਖ ਦਾ ਰੂਪ ਤੁਹਾਡੇ ਨਾਮ ਦੇ ਪੰਥ ਚਲੇ। ਇਸੇ ਕਰਕੇ ਜੰਗਾਂ ਸਿੰਘਾਂ ਦਲਾਂ ਦੇ ਵਿੱਚ ਬਾਬਾ ਫਤਿਹ ਸਿੰਘ ਜੀ, ਸੋ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਬੁੱਢਾ ਜੀ ਹਨ ਤੇ ਉੱਥੇ ਬਾਬਾ ਫਤਿਹ ਸਿੰਘ ਜੀ। ਸੋ ਇਸ ਕਰਕੇ ਸਿੱਖੀ ਦੇ ਵਿੱਚ ਤਾਂ ਹੈ ਦਮਾਲੇ ਦਸਤਾਰੇ ਗੁਰਾਂ ਦੀ ਬਖਸ਼ਿਸ਼ ਹੈ ਜੋ ਸਿਰਾਂ ਵਾਟੇ ਜਿਵੇਂ ਸਰਦਾਰੀਆਂ ਮਿਲੀਆਂ ਨੇ। ਸੋ ਉੱਥੇ ਵੈਸੇ ਹੀ ਸਾਡੇ ਪੰਜਾਬ ਦਾ ਹੀ ਨਹੀਂ, ਦੇਸ਼ ਦਾ ਕਿੰਨੇ ਤਰ੍ਹਾਂ ਦੀ ਪਗੜੀ, ਦਸਤਾਰ, ਦਮਾਲੇ, ਸਹਿਜ ਆਪਣਾ ਸਿੱਧਾ ਦਸਤਾਰਾ, ਜਿਵੇਂ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਕਿੰਨੇ ਦਸਤਾਰੇ, ਕਿੰਨੇ ਦਮਾਲਿਆਂ ਦਾ ਜ਼ਿਕਰ ਕੀਤਾ, ਫੋਟੋਆਂ ਲਾ ਲਾ ਕੇ। ਮਤਲਬ ਇਸ ਤਰ੍ਹਾਂ ਜਿਹੜੇ ਹਨ ਸਜਾਉਂਦੇ ਨੇ। ਕਈ ਸਿੰਘ ਜਿਹੜੇ ਹਨ, ਕਈ ਜਿਹੜੇ ਹਨ ਕਿੰਨੇ ਮੀਟਰਾਂ ਦੇ ਦਮਾਲੇ ਸਜਾਉਂਦੇ ਨੇ। 30-35 ਕਿਲੋ ਦਾ ਪੁੱਛਦੇ ਨੇ ਵੀ ਕਿਉਂ ਤੁਸੀਂ ਇਸ ਤਰ੍ਹਾਂ ਸਜਾਉਂਦੇ ਹੋ।
ਕਈਆਂ ਦੀ ਸੋਚ ਇਸ ਤਰ੍ਹਾਂ ਦੀ ਹੈ ਕੇਸਾਂ ਦੇ ਪ੍ਰਤੀ ਜਿਨ੍ਹਾਂ ਨੂੰ ਪਤਾ ਹੀ ਨਹੀਂ, ਗਿਆਨ ਨਹੀਂ ਹੈ, ਐਡਾ ਦਮਾਲਾ ਸਜਾਉਣ ਦਾ ਕੀ ਫਾਇਦਾ। ਉਹ ਦੱਸਦੇ ਨੇ, ਮੈਂ ਭਾਈ ਅਵਤਾਰ ਸਿੰਘ ਜੀ, ਆਪਣੇ ਨਿਹੰਗ ਸਿੰਘ ਜੀ ਨੇ, ਟੱਕੀ ਸਾਹਿਬ ਵੀ ਆਉਂਦੇ ਨੇ, ਵੱਡਾ ਦਮਾਲਾ ਸਜਾਉਂਦੇ ਨੇ। ਤੇ ਕਿ ਤੁਸੀਂ ਕਿਉਂ ਸਜਾਉਂਦੇ ਹੋ? ਕਹਿੰਦੇ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ। ਵੈਸੇ ਦਲਾਂ ਦੇ ਵਿੱਚ ਇੱਕ ਵੱਡੀ ਦਸਤਾਰ ਵਾਲਾ ਪਹਿਲਾਂ ਤੋਂ ਇੱਕ ਸਿੰਘ ਤਾਂ ਜਿਹੜਾ ਦਮਾਲੇ ਵਾਲਾ ਹੁੰਦਾ ਹੀ ਹੁੰਦਾ ਸੀ, ਪਹਿਲਾਂ ਚੱਲਿਆ ਆਉਂਦਾ ਸੀ ਇੱਕ ਮੈਸੇਜ ਕਿ ਦੇਖੋ ਜਿਹੜੇ ਛੋਟੇ ਛੋਟੇ ਦਸਤਾਰ ਸੰਬੋਧ ਕਰਦੇ ਨੇ, ਬੋਝ ਲੱਗਦਾ, ਭਾਰਾ ਲੱਗਦਾ ਕਿ ਆਹ ਦੇਖੋ ਅਸੀਂ ਕਿੰਨੇ 30-40 ਕਿਲੋ ਦੇ ਦਮਾਲੇ ਦਸਤਾਰ ਸਜਾਉਂਦੇ ਹਾਂ। ਬਾਬਾ ਦੀਪ ਸਿੰਘ ਜੀ ਦਾ ਕਮਰ ਕੱਸਾ ਹੀ ਸਵਾ ਮਣ ਦਾ ਬਣਿਆ ਗਿਆ, ਸਵਾ ਮਣ ਦਾ ਕਮਰ ਕੱਸਾ, 18 ਸੇਰ ਦਾ ਖੰਡਾ। ਮਾਤਾ ਭਾਗਵਤ ਜੀਆਂ ਦੇ ਵੱਡੇ ਵੱਡੇ ਤੋਪਾਂ, ਬੰਦੂਕਾਂ ਅੱਜ ਤੱਕ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਮਾਤਾ ਭਾਗਵਤ ਜੀ ਦੇ ਗੁੰਗਾ ਜਿੱਥੇ ਉੱਥੇ ਬਣੀਆਂ। ਸੋ ਇਹ ਸਾਡੇ ਮਾਤਾਵਾਂ ਦਾ, ਬੀਬੀਆਂ ਦਾ ਇਤਿਹਾਸ ਹੈ, ਸਾਡੇ ਸ਼ਹੀਦ ਸਿੰਘਾਂ ਦਾ ਇਤਿਹਾਸ ਹੈ। ਸੋ ਜੰਗੀ ਜਿਹੜਾ ਹੈ ਪਹਿਰਾਵਾ ਗੁਰੂ ਮਹਾਰਾਜ ਜੀ ਨੇ ਜਿੱਥੇ ਅਕਾਲੀ ਬਾਣੀ ਬਖਸ਼ਿਸ਼ ਕੀਤੀ, ਉੱਥੇ ਅਕਾਲ ਪੁਰਖ ਦਾ ਰੂਪ ਬਖਸ਼ਿਸ਼ ਕੀਤਾ, ਅਕਾਲੀ ਬਾਣਾ ਬਖਸ਼ਿਸ਼ ਕੀਤਾ। ਫਿਰ ਅੰਡੇ, ਚੱਕਰ, ਪੰਜ ਸ਼ਸਤਰ, ਕੇਸਾਂ ਦੇ ਵਿੱਚ ਜੋ ਚਮਕੌੜਾ ਸੀਸ ਦੇ ਵਿੱਚ ਸਿਰ ਦੇ ਵਾਗ ਹੈ, ਦਸਨਵਾਰ ਹੈ, ਉਹ ਸਿਰ ਦੇ ਵਿੱਚ ਬਿਨਾਂ ਮਤਲਬ ਦੇ ਕਿੰਨਾ ਪੈਸਾ ਬਰਬਾਦ ਕਰੀ ਜਾ ਰਹੇ ਨੇ ਕੇਸ ਕਟਵਾਉਣ ਦੇ, ਤੇ ਇਸ ਕਰਕੇ ਜੋ ਅਕਾਲ ਪੁਰਖ ਨੇ ਇਹ ਸਾਬਤ ਸਰੂਪ ਦਸਤਾਰ ਸੇਵਾ ਬਖਸ਼ਿਸ਼ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਾਨੂੰ ਆਪਣੀ ਮੋਹਰ ਦੱਸੀ, ਗੁਰੂ ਦੀ ਮੋਹਰ ਦੱਸੀ। ਭਾਈ ਰਾਮ ਸਿੰਘ ਜੀ ਦਾ ਕੇਸ ਨਹੀਂ ਬਣਾ ਸੋ ਹੁਕਮ ਕਰ ਦਿੱਤਾ ਪੱਕਾ। ਸੋ ਪਰੰਤੂ ਪੰਜਾਬ ਦੇ ਵਿੱਚ ਹੀ ਜਿਹੜੀ ਹੈ ਸਿੱਖੀ ਕਥਿਤ ਹੋ ਰਹੀ ਹੈ, ਨੌਜਵਾਨ ਕੇਸ ਕਟਾ ਰਹੇ ਨੇ, ਦਸਤਾਰਾਂ ਮਹੀਨੇ ਹੋ ਰਹੇ ਹਨ, ਜੋ ਇੱਕ ਸਰਦਾਰੀ ਅੰਤ ਦੀ ਨਿਸ਼ਾਨੀ ਉਹ ਸਿਪਾਹੀ ਹੋ ਰਹੇ ਹਨ। ਜਿਹੜੇ ਪ੍ਰੋਗਰਾਮ ਨੇ ਜੋ ਪ੍ਰਬੰਧਕ ਗੁਰਮੁਖ ਗੁਰਸਿੱਖ ਇਹ ਜਿਹੜੇ ਹਨ ਪ੍ਰੋਗਰਾਮ ਕਰਦੇ ਹਨ, ਬਹੁਤ ਹੀ ਸ਼ਲਾਘਾਯੋਗ ਨੇ, ਚੜ੍ਹਦੀ ਕਲਾ ਨੇ। ਜਿਹੜੇ ਹਨ ਬੱਚੇ ਨਮਾਜ਼ੀ ਦਸਤਾਰਿਆਂ ਵਿੱਚ ਸਜਾ ਕੇ ਕਿੰਨੇ ਸੁੰਦਰ ਲੱਗਦੇ ਨੇ, ਸਾਹਿਬਜ਼ਾਦਿਆਂ ਦਾ ਰੂਪ ਲੱਗਦੇ ਨੇ। ਜਿਵੇਂ ਗੁਰੂ ਜੀ ਨੇ ਕਿਹਾ ਖਾਸ ਸਾਹਿਬ ਰੂਪ ਦਾ ਖਾਸ ਕਿ ਆਪਣਾ ਬਾਣਾ ਕਿਸੇ ਨੇ ਅਜੇ ਤੱਕ ਬਖਸ਼ਿਆ ਨਹੀਂ। ਗੁਰੂ ਸਾਹਿਬ ਜੀ ਨੇ ਆਪਣਾ ਸਰੂਪ, ਆਪਣਾ ਬਾਣਾ ਬਖਸ਼ਿਸ਼ ਕੀਤਾ ਆਪਣੇ ਖਾਲਸੇ ਨੂੰ। ਇਸ ਕਰਕੇ ਬਹੁਤ ਇਹ ਮਹਾਨਤਾ ਹੈ ਬਾਣੀ ਨੂੰ। ਇੱਥੇ ਬਾਣੀ ਉੱਥੇ ਨਾਲ ਬਾਣਾ ਪੰਖ ਕਸ਼ਾ ਇਹ ਦੋ ਜਿਵੇਂ ਪੰਛੀ ਦੇ ਦੋ ਖੰਭ ਹੁੰਦੇ ਨੇ, ਖੰਭਾਂ ਦੇ ਉੱਤੇ ਪੰਛੀ ਉੱਡਦਾ, ਇੱਕ ਖੰਭ ਦੇ ਉੱਤੇ ਦੋ ਖੰਭ ਚਾਹੀਦੇ ਨੇ। ਤੇ ਬਾਣੀ ਦੇ ਬਾਣਾ ਦੋ ਖੰਭ ਨੇ, ਉਡਾਰੀਆਂ ਲਾਉਣ ਦੇ ਲਈ ਰੂਹਾਨੀ ਆਤਮਕ ਉਡਾਰੀਆਂ ਗੁਰੂ ਦੇਸ਼ਾਂ ਦੇ ਵਿੱਚ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਦਾ ਪੰਛੀ ਲਾਉਣ, ਜੰਗ ਨਾਮੀ ਪੰਛੀ ਲਾਉਣ। ਪਹਿਲਾਂ ਬਾਣੀ ਫਿਰ ਬਾਣਾ, ਤੇ ਬਾਣੀ ਵਿੱਚ ਪਰਪੱਕ ਹੋਵੇ, ਫਿਰ ਇਹ ਕਿਸੇ ਤੋਂ ਬਾਣਾ ਹੀ ਹੋਵੇ, ਬਾਣੀ ਨਾ ਹੋਵੇ ਫਿਰ ਵੀ ਗੱਲ ਨਹੀਂ ਬਣਦੀ। ਇਸ ਕਰਕੇ ਜੇ ਬਾਣੀ ਪੜ੍ਹਦਾ ਤੇ ਨਾਲ ਜਿਹੜਾ ਹੈ ਬਾਣਾ ਵੀ। ਇਸ ਕਰਕੇ ਗੁਰੂ ਮਹਾਰਾਜ ਜੀ ਦੀ ਬਹੁਤ ਅਦੁੱਤੀ ਦੇਣ ਹੈ, ਬਹੁਤ ਵੱਡੀਆਂ ਬਖਸ਼ਿਸ਼ਾਂ ਨੇ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਸੋ ਜਿਹੜੇ ਨੌਜਵਾਨ ਜਾਂ ਪ੍ਰਬੰਧਕ ਕਮੇਟੀਆਂ ਐਸੇ ਪ੍ਰੋਗਰਾਮ ਰੱਖ ਕੇ ਬੱਚਿਆਂ ਦੇ ਉਤਸ਼ਾਹ ਭਰਨ ਦੇ ਲਈ ਜਿਹੜਾ ਇਹ ਸਵਾਗਤ ਕਰਦੇ ਹਨ, ਬਹੁਤ ਸ਼ਲਾਘਾਯੋਗ ਨੇ। ਸੋ ਮਹਾਰਾਜ ਕਿਰਪਾ ਕਰਨ, ਸੋ ਬੱਚਿਆਂ ਦੇ ਇੱਕ ਲਹਿਰ ਦੇ ਨੌਜਵਾਨਾਂ ਦੇ ਬਾਹਰ ਮਾਲੇ ਦੇ ਸਾਰੇ ਸਜਾਉਣ ਦੀ ਇੱਕ ਲਹਿਰ ਚੱਲਦੀ ਹੈ। ਬਹੁਤ ਵਿਦੇਸ਼ਾਂ ਦੇ ਵਿੱਚ ਵੀ ਬੜੇ ਗੱਤਕਾ ਤੇ ਬੱਚੇ ਜਿਹੜੇ ਹਨ ਸਜਾਉਂਦੇ ਹਨ। ਨੌਜਵਾਨ ਕਾਲਜਾਂ ਦੇ ਪੜ੍ਹਨ ਵਾਲੇ, ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਾਮ ਨੂੰ ਜਿਹੜੇ ਹਨ ਨੌਜਵਾਨ ਜਿਹੜੇ ਹਨ ਲੱਗ ਕੇ ਉਹ ਪੁਰਾਤਨ ਸਿੰਘਾਂ ਨੂੰ ਦਸਤਾਰੇ ਸਜਾ ਕੇ, ਚੰਦ ਤੋੜੇ, ਤਿਲਕ ਸਜਾ ਕੇ ਜਿਹੜੇ ਹਨ ਆਉਂਦੇ ਜਦੋਂ ਪ੍ਰਕਰਮਾਂ ਦੇ ਵਿੱਚ ਉਹ ਪ੍ਰਕਰਮਾਂ ਕਰਦੇ ਨੇ ਤਾਂ ਹਜ਼ਾਰਾਂ ਸੰਗਤਾਂ ਉਹਨਾਂ ਵੱਲ ਦੇਖਦੀਆਂ ਨੇ ਤੇ ਪ੍ਰਭਾਵ ਹੁੰਦੇ ਨੇ ਵਿਵਾਹ ਕੁਮਾਰ। ਇਹ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼। ਇਹਦੇ ਵਰਗੀ ਕੋਈ ਬਾਤੀ ਨਹੀਂ, ਕੋਈ ਬਾਣਾ ਨਹੀਂ ਜੋ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ।
ਇਸ ਕਰਕੇ ਬਹੁਤ ਹੀ ਵਧੀਆ ਜਿਹਾ ਉਪਰਾਲਾ ਹੈ। ਸੋ ਜੋ ਬੀਬੀਆਂ ਵੀ ਮਾਤਾ ਭਾਗੋ ਜੀ ਦੇ ਵਾਸ ਲੰਮੇ ਕੇਸ ਸੋਹਣੇ ਨਾਪੀਆਂ ਲੰਮਣੇ ਵਾਲਾ ਲੰਮੇ ਕੇਸਾਂ ਵਾਲਾ ਖੂਬ ਦੇ ਪਗੜੀ ਮਿੱਠੇ ਦਿਲ ਖੋਲ ਭਗਤ ਨਾਮਦੇਵ ਜੀ ਨੇ ਲਿਖੇ ਪਰਮਾਤਮਾ ਤੇਰੀ ਕਮਾਲ ਦੀ ਪਗੜੀ ਸੋ ਪਗੜੀ ਧਾਰੀ ਦਸਤਾਰ ਧਾਰੀ ਲੰਮੇ ਕੇਸਾਂ ਧਾਰੀ ਪਰਮਾਤਮਾ ਨੂੰ ਕਿਹਾ ਕਾਲ ਬਾਣੀ ਦੇ ਵਿੱਚ ਸਾਬਤ ਸੂਰ ਦਸਤਾਰ ਸਿਰ ਸਾਬਤ ਸੂਰ ਦੇ ਕੀ ਕਰਕੇ ਸਨੇਸ਼ੀ ਕੇਸਾਂ ਦੇ ਸਹਿ ਕਿਉਂ ਕੇਸਾਂ ਦੇ ਵਿੱਚ ਪਾਣੀ ਪਾਉਂਦਾ ਹੈ ਇਸ਼ਨਾਨ ਕਰਦੇ हैं पूरा ਇੱਥੇ ਹੀ ਜਿਹੜਾ ਹੈ ਸਭ ਨਾਲੋਂ ਨਾਜ਼ੁਕ ਹਿੱਸਾ ਹੈ ਦਿਮਾਗ ਹੈ ਜਿਹੜਾ ਉੱਪਰ ਪਰਮਾਤਮਾ ਨੇ ਜਿਹੜੀ ਕੋਵਲੀ ਜਿਹੜੀ ਹੈ ਨਿਕਲ ਉਹਦੀ ਹਿਫਾਜ਼ਤ ਵਾਸਤੇ ਰੱਖੀ ਹੈ ਦਸਮ ਦੁਆਰਾ ਆਗਮ ਦੁਆਰਾ ਪਰਮ ਕੋਟੀ ਕਰਨੀ ਪਰਮਾਤਮਾ ਦੇ ਰਹਿਣ ਵਾਲੀ ਜਗ੍ਹਾ ਸੋ ਇਸ਼ਨਾਨ ਹੋ ਜਾ ਸਕਦਾ ਹੈ ਪਰੰਤੂ ਸੋ ਅਸੀਂ ਇਹਨੇ ਅੱਖਰਾਂ ਦੇ ਨਾਲ ਹੀ ਸਮਾਪਤੀ ਕਰਦੇ ਹਾਂ ਤੇ ਪ੍ਰਬੰਧ ਕਰਨ ਗ੍ਰੰਥੀ ਸਿੰਘ ਸਾਹਿਬਾਨ ਸਾਰੀ ਪ੍ਰਬੰਧਕ ਕਮੇਟੀ ਭਾਈ ਗੁਰਮੁਖ ਸਿੰਘ ਜੀ ਸਾਰਾ ਪਰਿਵਾਰ ਤੇ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਆਪਣਾ ਬੱਚੇ ਜਿਹੜੇ ਹਨ ਉਹਨਾਂ ਵਿੱਚ ਉਤਸ਼ਾਹ ਹੁੰਦਾ ਹੈ ਹੋਣਾ ਚਾਹੀਦਾ ਹੈ ਸੋ ਬਹੁਤ ਵਧੀਆ ਪ੍ਰੋਗਰਾਮ ਰਚਿਆ ਸੀ ਬਹੁਤ ਪ੍ਰਬੰਧਕਾਂ ਸਾਰਿਆਂ ਨੂੰ ਬਹੁਤ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮੁੱਚੀ ਨਗਰ ਪੰਚਾਇਤ ਵੱਲੋਂ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਮਹਾਂਪੁਰਖਾਂ ਦਾ ਸਨਮਾਨ ਕੀਤਾ ਜਾਣਾ ਹੈ। ਸੋ ਬੇਨਤੀ ਹੈ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਬਾਬਾ ਜਸਵਿੰਦਰ ਸਿੰਘ ਜੀ ਰਾਮਸਰ ਵਾਲੇ ਅੱਗੇ ਆਣ ਕਰਕੇ ਮਹਾਂਪੁਰਖਾਂ ਨੂੰ ਸਿਰ ਤੋਂ ਭੇਟ ਕਰਨ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਸਭ ਤੋਂ ਔਖਾ ਕੰਮ ਇਹੀ ਹੈ ਕਿ ਉਪਰਾਲੇ ਨੂੰ ਉਲੀਕਿਆ ਜਾਣਾ। ਸਹਿਯੋਗ ਸਾਡੀ ਸੰਗਤ ਦਿੰਦੀ ਹੈ ਪਰ ਜਿਹੜਾ ਦਿਨ ਰਾਤ ਇੱਕ ਕਰਕੇ ਬੱਚਿਆਂ ਦੇ ਨਾਲ ਸੰਪਰਕ ਕਰਨਾ ਦੂਰੋਂ ਫੋਨ ਕਾਲ ਆਉਣੀਆਂ ਸੋ ਇਸ ਕਰਕੇ ਇਸ ਨੌਜਵਾਨ ਵੀਰ ਦਾ ਵੀ ਧੰਨਵਾਦ ਹੈ ਜਿਹਨੇ ਭਾਈ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਇਹ ਉਦਮ ਪ੍ਰੇਰਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ। ਸੋ ਭਾਈ ਸਤਵੀਰ ਸਿੰਘ ਅੱਗੇ ਆ ਗਏ ਸੰਗਤ ਵਿੱਚ ਆਣ ਕਰਕੇ ਆਪਣੀ ਸਿਰੋਂ ਪਾਉ ਲੈਣ ਦੀ ਕਿਰਪਾਲਤਾ ਕਰੇ। ਬੋਲੇ ਸੋ ਨਿਹਾਲ। ਸੋ ਹੈਡ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਜੀ ਰਾਮਸਰ ਵਾਲੇ ਉਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ। ਸਰਦਾਰ ਹਰਪਾਲ ਸਿੰਘ ਜੀ ਭਾਈ ਪ੍ਰਿਤਪਾਲ ਸਿੰਘ ਜੀ ਭਾਈ ਪ੍ਰਿਤਪਾਲ ਸਿੰਘ ਜੀ ਬੋਲੇ ਸੋ ਨਿਹਾਲ। ਭਾਈ ਹਰਪਾਲ ਸਿੰਘ ਜੀ ਅਗਰ ਉਹਨਾਂ ਦਾ ਕੋਈ ਮੈਂਬਰ ਪਰਿਵਾਰਕ ਮੈਂਬਰ ਹੈ ਬੋਲੇ ਸੋ ਨਿਹਾਲ। ਸੋ ਇਸ ਤੋਂ ਬਾਅਦ ਬੱਚਿਆਂ ਦੇ ਇਨਾਮ ਅਨਾਉਂਸਮੈਂਟ ਕੀਤੇ ਜਾਣਗੇ। ਬੋਲੇ ਸੋ ਨਿਹਾਲ। ਸੋ ਸਾਰੀਆਂ ਸੰਗਤਾਂ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਅਤੇ ਨਗਰ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਇਸ ਤੋਂ ਬਾਅਦ 13 ਤੋਂ 18 ਸਾਲ ਲੜਕੇ ਗਰੁੱਪ ਦੇ ਵਿੱਚ ਇਸ ਮੁਕਾਬਲੇ ਦੇ ਵਿੱਚ ਸਭ ਤੋਂ ਲੰਬੇ ਬਾਲ ਜਿਹਨਾਂ ਦੇ ਨਾਮ 52 ਇੰਚ ਸੁਖਚੈਨ ਸਿੰਘ, ਦੂਜੇ ਨੰਬਰ ਤੇ ਗਗਨਦੀਪ ਸਿੰਘ, ਤੀਜੇ ਨੰਬਰ ਤੇ ਸੁਖਬੀਰ ਸਿੰਘ। ਸੁਖਬੀਰ ਸਿੰਘ ਸਾਹਿਬ 5 ਤੋਂ 12 ਸਾਲ ਲੜਕੀਆਂ ਅਨੁਰੀਤ ਕੌਰ ਫਸਟ, ਸੈਕਿੰਡ ਸੁਖਬੀਰ ਕੌਰ, ਤੇ ਥਰਡ ਜਬਲੀਨ ਕੌਰ। ਜਬਲੀਨ ਕੌਰ तेरह तो 18 साल लड़कियां ग्रुप के फर्स्ट प्राइज, सैकंड लवजीत कौर, थर्ड अवनीत कौर। इस दौरान ओपन ग्रुप के केवल एक ही लड़की पहुंची है, उषरजीत कौर,
ਕੋਸਰਪ੍ਰੀਤ ਕੌਰ, ਤੇਰਾਂ ਤੋਂ 18 ਸਾਲ ਜਿਹੜਾ ਗਰੁੱਪ ਸੀ ਉਹਦੇ ਵਿੱਚ ਸੈਕੰਡ ਗੁਰਵਿੰਦਰ ਸਿੰਘ ਸਾਨਾ ਜਗਦੀਪ ਸਿੰਘ, ਸੈਕੰਡ ਜੀਵਨ ਸਿੰਘ ਸਾਨਾ ਬਲਜਿੰਦਰ ਸਿੰਘ, ਤੀਜੇ ਪੋਜੀਸ਼ਨ ਤੇ ਗੁਰਵਿੰਦਰ ਸਿੰਘ ਸਾਨਾ ਅੰਗਰੇਜ਼ ਸਿੰਘ, थर्ड बैलेंस कौर, मानप्रीत कौर, दूजा खान, तीजा मुकाबला मुकाबले के राजवीर सिंह फर्स्ट पोजीशन, सेकंड पोजीशन सुखप्रीत सिंह, राजवीर सिंह फर्स्ट, सुखप्रीत इस तो बिना अज असीं एक नवा ग्रुप बनाया दूसरा ग्रुप मुकाबला। सेकंड पोजीशन कमलप्रीत कौर ਅਤੇ ਜਸਮੀਤ ਕੌਰ, थर्ड पोजीशन कौर ਅਤੇ ਜਸਵਿੰਦਰ ਕੌਰ। ਸਾਡੇ ਵਿੱਚ ਜਿਸ ਦੇ ਨਾਲ ਪਾਰਟਿਸਪੇਟ ਕੀਤਾ ਪਰਮਜੀਤ ਕੌਰ ਅਤੇ ਰਜਿੰਦਰ ਕੌਰ। ਇਹਨਾਂ ਨਾਲ ਬੇਨਤੀ ਹੈ ਕਿ ਅਸੀਂ ਬਾਬਾ ਤੋਂ ਸਨਮਾਨ ਦੇ ਨਾਮ ਪ੍ਰਾਪਤ ਕਰ। करके तस्वीर वाले पासे आओ। सो उन्होंने भी सम्मान किया जाना है। ਜਿਹੜੀਆਂ ਮਾਈਆਂ ਬੀਬੀਆਂ ਸਵੇਰੇ 5 ਵਜੇ ਤੋਂ ਗੁਰੂ ਘਰ ਲੰਗਰ ਤਿਆਰ ਕਰ ਰਹੀਆਂ ਹਨ, ਉਹ ਕਿਰਪਾ ਕਰਕੇ ਤਸਵੀਰ ਵਾਲੇ ਪਾਸੇ ਆਉਣ ਦੀ ਕਿਰਪਾਲਤਾ ਕਰਨ। ਸੋ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਜੀ। ਸੋ ਮਾਈਆਂ ਬੀਬੀਆਂ ਦਾ ਧੰਨਵਾਦ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦੇ ਲੰਗਰ ਸੇਵਾ ਨਿਭਾ ਕੇ ਸਹਿਯੋਗ ਦਿੱਤਾ ਹੈ। ਇਸ ਤੋਂ ਇਲਾਵਾ ਇਹ ਜਿਹੜੇ ਬੱਚਿਆਂ ਨੇ ਕੈਂਪ ਦੇ ਵਿੱਚ ਹਰ ਰੋਜ਼ ਸਿਖਲਾਈ ਕੈਂਪ ਜੁਆਇਨ ਕੀਤਾ ਹੈ, ਮਨਵੀਰ ਕੌਰ, ਕੋਮਲਪ੍ਰੀਤ ਕੌਰ, ਰਵਨੀਤ ਕੌਰ ਅਤੇ ਅਨਮੋਲਪ੍ਰੀਤ ਕੌਰ। ਇਹਨਾਂ ਬੱਚਿਆਂ ਨੇ 10 ਰੋਜ਼ਾ ਜੋ ਸਾਡਾ ਕੈਂਪ ਸੀ ਉਹਦੇ ਵਿੱਚ ਹਰ ਰੋਜ਼ ਹਾਜ਼ਰੀ ਦਵਾਈ। ਤੇ ਇਹਨਾਂ ਬੱਚਿਆਂ ਦਾ ਬਾਬਾ ਜੀ ਨੂੰ ਮੈਡਲ ਦੇ ਨਾਲ ਵਿਸ਼ੇਸ਼ ਸਨਮਾਨ। ਇਸ ਤੋਂ ਇਲਾਵਾ ਮੁੰਡਿਆਂ ਦੇ ਵਿੱਚ ਸਤਕਾਰ ਸਿੰਘ, ਆਸ਼ਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਝੱਜ, ਸਾਹਿਬਪ੍ਰੀਤ ਸਿੰਘ, ਜਸਮੀਤ ਸਿੰਘ, ਪਰਵਿੰਦਰ ਸਿੰਘ, ਗੁਰਨਾਮ ਸਿੰਘ ਝੱਜ, ਗੁਰਸ਼ਾਨ ਸਿੰਘ ਝੱਜ, ਕਰਮਵੀਰ ਸਿੰਘ, ਮਾਨਕ ਸਿੰਘ, ਹਰਮਨਪ੍ਰੀਤ ਸਿੰਘ, ਗੁਰਮਨਜੀਤ ਸਿੰਘ, ਗੁਰਮਨ ਸਿੰਘ,
ਨਾਲ ਨੂੰ ਜੋੜ ਕੇ ਅੱਗੇ ਆ ਜਾਓ ਸਾਰੇ। ਕਰਮਜੀਤ ਸਿੰਘ ਜੀ, ਰਾਜਵੀਰ ਸਿੰਘ ਜੀ, ਪ੍ਰਤਾਪ ਸਿੰਘ ਜੀ, ਲਖਵੀਰ ਸਿੰਘ ਜੀ, ਰਣਜੀਤ ਸਿੰਘ, ਰਵਿੰਦਰ ਸਿੰਘ, Ilya John, TRC जो इस प्रोग्राम उन्होंने अपने यूट्यूब चैनल पे भी जिन्हें भी साढ़े इलाके में सिक्खी के प्रचार के संबंध जिन्हें प्रोग्राम होंगे भी उत्ते अपनी सेवा जरूर निभाते हैं। सो इन्होंने बाबा जी वाला विशेष सम्मान एक आखिरी करने को आए थे काफी सारे लोग बहुत दिनों जसविंदर सिंह जी यहाँ विशेष सम्मान बाबा जी वालों अवतार सिंह जी प्रणाम जी वो भी अपना विशेष सम्मान बाबा जी प्राप्त कर प्रणाम अवतार सिंह जी एक कल वीर बोले सो निहाल। सो साढ़े सरकार जो बापू जी परवालीपुर तो आए हैं They
ਉਹ ਵੀ ਆ ਕੇ ਬਾਬਾ ਜੀ ਦਾ ਵਿਸ਼ੇਸ਼ ਸਨਮਾਨ ਹੈ। ਮਨਜਿੰਦਰ ਸਿੰਘ ਇਸ ਮੁਕਾਬਲੇ ਦੇ ਵਿੱਚ ਜਿਹਨਾਂ ਬੱਚਿਆਂ ਨੇ ਪਾਰਟਿਸਿਪੇਟ ਕੀਤਾ, ਜਿਹਨਾਂ ਬੱਚਿਆਂ ਨੂੰ ਮੈਡਲ ਨਹੀਂ ਮਿਲਿਆ, ਉਹ ਵੀ ਆ ਕੇ ਆਪਣੇ ਮੈਡਲ ਲੈ ਲੈਣ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹੋ ਵਾਹੋ ਕਰਹਿ ਸਈ ਜਨ ਸੋਹਣੇ, 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 ਵਾਹੋ ਵਾਹੋ ਕਰਹਿ ਸਈ ਜਨ ਸੋਹਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੇਜਰ ਗੱਜਾ ਅਖਾੜਾ ਦਾ ਵਿਦਿਆਰਥੀ ਗੁਰਜੋਤ ਸਿੰਘ ਆਪ ਸਭ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਗੁਰੂ ਸਨ ਅਤੇ ਉਹਨਾਂ ਦਾ ਜਨਮ ਸਵਾ 500 ਸਾਲ ਪਹਿਲਾਂ ਰਾਏ ਭੋਏ ਦੀ ਤਲਵੰਡੀ ਜੋ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਸੀ ਅਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਦੇਵੀ। ਲੜਕੀਆਂ ਉਹ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰੀ ਜੀ। ਬੋਲੇ ਸੋ ਨਿਹਾਲ। ਦੁਮਾਲੇ ਵਾਲੇ ਲੜਕੇ ਲੜਕੀਆਂ ਉਹ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ। ਕਿ ਰਾਜੇ ਕੀ ਜੋ ਹमें बाहर की वीडियो की जानी है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ TRC ਚੈਨਲ ਗੁਰਸਿੱਖੀ ਦੇ ਪ੍ਰੋਗਰਾਮ ਜਿਹੜੇ ਹਨ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਦੁਨੀਆ ਤੱਕ ਪਹੁੰਚਾਉਂਦੇ ਨੇ, ਵਿਦੇਸ਼ਾਂ ਤੱਕ ਪਹੁੰਚਾਉਂਦੇ ਨੇ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਦੂਜਾ, ਲੰਮੇ ਕੇਸ ਅਤੇ ਸੋਹਣੀਆਂ ਦਸਤਾਰਾਂ, ਸੋਹਣੇ ਦਮਾਲਿਆਂ ਦਾ ਜੇ ਪ੍ਰੋਗਰਾਮ ਹੈ ਨਗਰ ਬਵਾਣੀ ਵਿਖੇ ਭਾਈ ਸਚਵੀਰ ਸਿੰਘ ਅਤੇ ਹੋਰ ਗੁਰਮੁਖਾਂ ਨੇ ਇਹ ਕੀਤਾ ਅਤੇ ਤਕਰੀਬਨ ਹਰ ਸਾਲ ਕਈ ਤਰ੍ਹਾਂ ਦੇ ਚੜ੍ਹਦੀ ਕਲਾ ਦੇ ਪ੍ਰੋਗਰਾਮ ਜਿਹੜੇ ਹਨ ਉਹ ਕਰਦੇ ਰਹਿੰਦੇ ਹਨ। ਬਹੁਤ ਵਧਾਈ ਦੇ ਪਾਤਰ ਹਨ। ਪੰਜਾਬ ਦੇ ਵਿੱਚ ਜਿਹੜੇ ਹਨ ਨੌਜਵਾਨ ਨੇ, ਬੱਚੇ ਹਨ, ਕੇਸਾਂ ਤੋਂ ਹੀਣ ਹੋ ਰਹੇ ਹਨ, ਦਸਤਾਰਾਂ ਤੋਂ ਹੀਣ ਹੋ ਰਹੇ ਹਨ, ਸਿੱਖੀ ਪਤਿਤ ਹੋ ਰਹੀ ਹੈ। ਬਹੁਤ ਹੀ ਦੁੱਖ ਵਾਲੀ ਗੱਲ ਹੈ ਅਤੇ ਇਹਦੇ ਪਿੱਛੇ ਕਈ ਕਾਰਨ ਹਨ। ਅਸੀਂ ਆਪਣੇ ਬੱਚਿਆਂ ਨੂੰ ਸੰਭਾਲ ਨਹੀਂ ਸਕੇ ਜਾਂ ਸਹੀ ਪ੍ਰਚਾਰ ਨਹੀਂ ਹੋ ਸਕਿਆ। ਕਈ ਤਰ੍ਹਾਂ ਦੇ ਕਾਰਨ ਹਨ
ਸੋ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਬੱਚਿਆਂ ਦੇ ਵਿੱਚ ਉਤਸ਼ਾਹ ਭਰਨ ਦੇ ਲਈ ਜਿਹੜੇ ਕੀਤੇ ਜਾਂਦੇ ਹਨ, ਇਹ ਬਹੁਤ ਹੀ ਸ਼ਲਾਘਾਯੋਗ ਹਨ। ਜਿਹਦੇ ਨਾਲ ਸੋਹਣੀਆਂ ਦਸਤਾਰਾਂ, ਜੋ ਕੋਈ ਇੱਕ ਦਸਤਾਰ, ਇੱਕ ਦਮਾਲਾ, ਇੱਕ ਗੁਰੂਆਂ ਦੀ ਦੇਣ ਹੈ, ਬਾਣੀ ਤੇ ਬਾਣਾ, ਤੇ ਸਾਡੇ ਪੰਜਾਬ ਦੀ ਅਤੇ ਸਾਰੇ ਦੇਸ਼ ਦਾ ਇਹ ਸੱਭਿਆਚਾਰ ਹੈ ਜੋ ਕਿ ਇਸ ਪੰਜਾਬ ਦੇ ਵਿੱਚ ਬੜਾ ਘਟਦਾ ਜਾ ਰਿਹਾ ਹੈ। ਦਸਤਾਰਾਂ ਦਾ ਜਿਹੜਾ ਹੈ, ਦਮਾਲਿਆਂ ਦਾ, ਦਸਤਾਰਾਂ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਵੱਧ ਰਿਹਾ ਹੈ। ਸੋ ਇਹ ਬੜੇ ਦੁੱਖ ਵਾਲੀ ਗੱਲ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨੇ ਜਿਹੜੇ ਇਹ ਬੱਚਿਆਂ ਦੇ ਵਿੱਚ ਉਤਸ਼ਾਹ ਭਰਨਗੇ ਤੇ ਬਹੁਤ ਸੋਹਣੇ ਲੱਗਦੇ ਨੇ। ਬੱਚੇ ਬੜੇ ਸੁੰਦਰ ਲੱਗਦੇ ਹਨ ਜਦੋਂ ਉਹ ਸੋਹਣੇ ਦਮਾਲੇ, ਦਸਤਾਰੇ ਸਜਾ ਕੇ ਆਉਂਦੇ ਹਨ। ਗੁਰਬਾਣੀ ਦੇ ਵਿੱਚ ਵੀ ਲੰਮੇ ਕੇਸਾਂ ਦੀ ਮਹਾਨਤਾ, ਸਾਬਤ ਸੂਰ ਦਸਤਾਰ ਸਿਰਾਂ ਦੀ ਮਹਾਨਤਾ ਹੈ ਤੇ ਖੂਬ ਤੇਰੀ ਪਗੜੀ, ਪਰਮਾਤਮਾ ਦੀ ਜਿਹੜੀ ਹੈ ਪਗੜੀ, ਲੰਮੇ ਕੇਸ, ਉਹਨਾਂ ਦੀ ਮਹਾਨਤਾ ਹੈ। ਸੋ ਇਹ ਸ਼ਹੀਦਾਂ ਦਾ ਦੇਸ਼ ਹੈ। ਸਾਡੇ ਸ਼ਹੀਦਾਂ ਨੇ, ਬਜ਼ੁਰਗਾਂ ਨੇ, ਗੁਰੂਆਂ ਨੇ ਬਹੁਤ ਕੁਰਬਾਨੀਆਂ ਦੇ ਕੇ ਇਹ ਸਿੱਖੀ ਦਾ ਬੂਟਾ ਲਾਇਆ ਤੇ ਪੰਜਾਬ ਬਚਾਇਆ, ਇਹ ਦੇਸ਼ ਬਚਾਇਆ। ਜੇ ਸ਼ਹੀਦ ਸ਼ਹੀਦੀਆਂ ਨਾ ਦਿੰਦੇ, ਗੁਰੂ ਕੁਰਬਾਨੀਆਂ ਨਾ ਕਰਦੇ, ਤਾਂ ਇਹ ਦੇਸ਼ ਦੇ ਵਿੱਚ ਜਿਹੜਾ ਹੈ ਇਹ ਵਿਰਸਾ ਦੇਖਣ ਨੂੰ ਨਹੀਂ ਸੀ ਮਿਲਣਾ। ਇਹ ਧਰਮ ਨਿਰਪੱਖ ਦੇਸ਼ ਨਹੀਂ ਸੀ ਰਹਿਣਾ। ਕੋਈ ਇੱਥੇ ਧਰਮ ਨਹੀਂ ਸੀ ਹੋਣਾ, ਕੋਈ ਜਿਹੜਾ ਹੈ ਮੰਦਰ, ਗੁਰਦੁਆਰੇ ਨਹੀਂ ਸੀ ਹੋਣੇ। ਇਹ ਸਤਿਗੁਰਾਂ ਦੀ ਦੇਣ ਹੈ। ਸੋ ਸਾਨੂੰ ਸੰਭਾਲਣਾ ਚਾਹੀਦਾ। ਖਾਸ ਕਰਕੇ ਅਸੀਂ ਬੀਬੀਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਬੱਚਿਆਂ ਦੇ ਕੇਸ ਨਾ ਕਤਲ ਕਰਵਾਉਣ ਕਿਸੇ ਹਾਲਤ ਦੇ ਵਿੱਚ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਕਮ ਹੈ ਕਿ ਕੇਸ ਸਾਡੀ ਜਿਹੜੀ ਆ ਮੋਹਰ ਹੈ। ਸੋ ਬਚਪਨ ਤੋਂ ਹੀ ਬੱਚਿਆਂ ਨੂੰ ਜਿਹੜੀ ਹੈ ਕੇਸਾਂ ਦੀ ਮਹਾਨਤਾ ਦੱਸਣੀ ਚਾਹੀਦੀ ਹੈ। ਬੱਚਿਆਂ ਨੂੰ ਬਾਣੀ ਦੀ ਮਹਾਨਤਾ ਦੱਸਣੀ ਚਾਹੀਦੀ ਹੈ। ਜਿਹੜੇ ਵੀ ਪ੍ਰਬੰਧਕ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਹਨ, ਉਹ ਗੁਰੂ ਦੀ ਖੁਸ਼ੀ ਦੇ ਪਾਤਰ ਹਨ। ਬਹੁਤ ਹੀ ਚੜ੍ਹਦੀ ਕਲਾ ਵਾਲੀ ਇਹ ਗੱਲ ਹੈ ਕਿ ਬੱਚਿਆਂ ਦੇ ਵਿੱਚ, ਨਗਰਾਂ ਦੇ ਵਿੱਚ ਗੱਤਕੇ ਮੁਕਾਬਲੇ, ਸੋਹਣੀਆਂ ਦਸਤਾਰਾਂ, ਦਮਾਲਿਆਂ ਦੇ ਮੁਕਾਬਲੇ, ਪੱਗਾਂ ਦੇ ਮੁਕਾਬਲੇ। ਸੋ ਇਹ ਸਾਡੀ ਇੱਕ ਅਣਖ ਹੈ, ਜੋ ਅਣਖ ਦੀ ਨਿਸ਼ਾਨੀ ਹੈ, ਇੱਕ ਤਾਜ ਹੈ ਸਿਰ ਦਾ। ਤੇ ਗੁਰੂ ਮਹਾਰਾਜ ਜੀ ਨੇ ਜੋ ਇਹ ਸਰਦਾਰੀਆਂ ਹਨ, ਇਹ ਬਖਸ਼ਿਸ਼ ਕੀਤੀਆਂ ਹਨ। ਸੋ ਇਸ ਕਰਕੇ ਬਹੁਤ ਹੀ ਸ਼ਲਾਘਾਯੋਗ ਹੈ ਤੇ ਅਸੀਂ ਬਹੁਤ ਵਧਾਈ ਦਿੰਦੇ ਹਾਂ ਨਗਰ ਨਿਵਾਸੀ ਤੇ ਭਾਈ ਸੱਚਵੀਰ ਸਿੰਘ ਜੀ, ਨੌਜਵਾਨ ਜਿਹੜੇ ਲਗਾਤਾਰ ਹੀ ਜਿਹੜੇ ਹਨ ਇਹ ਪ੍ਰੋਗਰਾਮ ਕਰਦੇ ਰਹਿੰਦੇ ਨੇ ਤੇ ਜੁੜੇ ਹੋਏ ਨੇ। ਆਪ ਵੀ ਬਾਣੀ ਦੇ ਵਿੱਚ ਪਰਪੱਕ ਨੇ ਤੇ ਸਾਰਾ ਪਰਿਵਾਰ ਹੀ। ਸੋ ਕਿੰਨੇ ਬੱਚੇ ਜਿਹੜੇ ਹਨ, ਸੈਂਕੜੇ ਬੱਚਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲਿਆ। ਸੈਂਕੜੇ ਬੀਬੀਆਂ ਨੇ ਇਸ ਜਿਹੜਾ ਹੈ ਪ੍ਰੋਗਰਾਮ ਦੇ ਵਿੱਚ ਭਾਗ ਲਿਆ। ਬਹੁਤ ਦਮਾਲੇ, ਦਸਤਾਰੇ ਦੇਖਣ ਨੂੰ ਮਿਲੇ ਨੇ ਬੱਚਿਆਂ ਦੇ, ਬਹੁਤ ਸੁੰਦਰ ਦਸਤਾਰਾਂ। ਜੇ ਇਸ ਤਰ੍ਹਾਂ ਦੀ ਲਹਿਰ ਜਿਹੜੀ ਹੈ ਚਲਾਉਣ ਦੀ ਸਾਨੂੰ ਜ਼ਰੂਰਤ ਹੈ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਵੀ, ਕਿ ਕੋਈ ਵੀ ਜਿਹੜਾ ਹੈ ਨੌਜਵਾਨ ਪਤਿਤ ਨਾ ਹੋਵੇ, ਕੇਸਾਂ ਤੋਂ ਹੀਣਾ ਨਾ ਹੋਵੇ, ਦਸਤਾਰ ਤੋਂ ਹੀਣਾ ਨਾ ਹੋਵੇ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਇਹਦੇ ਵਿੱਚ ਜਿਹੜੀ ਹੈ ਇਹ ਚੜ੍ਹਦੀ ਕਲਾ ਲਿਆ ਸਕਦੇ ਹਨ। ਸੋ ਇਸ ਕਰਕੇ ਅਸੀਂ ਬਹੁਤ ਵਧਾਈ ਦਿੰਦੇ ਹਾਂ ਤੇ ਨਾਲ ਹੀ TRC ਚੈਨਲ ਵਾਲਿਆਂ ਦਾ ਜੋ ਇਹ ਸਾਰਾ ਪ੍ਰੋਗਰਾਮ ਦਿਖਾ ਰਹੇ ਹਨ ਲੋਕਾਂ ਨੂੰ, ਤੇ ਉਹਨਾਂ ਨੂੰ ਵੀ ਅਸੀਂ ਬਹੁਤ ਵਧਾਈ ਦਿੰਦੇ ਹਾਂ। ਬੇਨਤੀ ਹੋ ਰਿਹਾ ਬਾਬਾ ਜੀ, ਇੱਕ ਮੈਸੇਜ ਇੱਥੋਂ ਜਿਹੜੇ ਗੁਰੂ ਘਰ ਆਪਾਂ ਵੱਡੇ ਉਛਾਲ ਰਹੇ ਹਾਂ, ਪਰ ਉੱਥੋਂ ਕੋਈ ਮੈਸੇਜ ਨਹੀਂ ਜਾ ਰਿਹਾ। ਗੁਰੂ ਘਰ ਦੀਆਂ ਕਮੇਟੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਗੁਰੂ ਘਰ ਦੀਆਂ ਕਮੇਟੀਆਂ ਨੂੰ ਇਹ ਚਾਹੀਦਾ ਕਿ ਜਿਹੜਾ ਪੈਸਾ ਹੈ ਜ਼ਿਆਦਾ ਜਿਹੜਾ ਉਸ ਨੂੰ ਬਿਲਡਿੰਗਾਂ 'ਤੇ ਨਾ ਲਗਾਉਣ, ਕਿਉਂਕਿ ਇੱਕ ਬੱਚਾ ਹੈ ਜਿਸ ਦੇ ਅੰਦਰ ਪਰਮਾਤਮਾ ਰਹਿੰਦਾ, ਜਿਹਦੇ ਅੰਦਰ ਗੁਰੂ ਹੈ। ਅਸੀਂ ਆਪਣਾ ਜਿਹੜਾ ਇੱਕ ਬੱਚਾ ਹੈ ਉਸ ਨੂੰ ਜਿਹੜਾ ਹੈ ਇੱਕ ਗੁਰੂ ਦਾ ਸਿੱਖ ਬਣਾਉਣਾ। ਗੁਰੂ ਉਹਦੇ ਅੰਦਰ ਵਸੇ, ਗੁਰੂ ਦੇ ਨਿਸ਼ਾਨ ਉਹਦੇ ਅੰਦਰ ਝੋਲਣ। ਇਸ ਕਰਕੇ ਸਾਨੂੰ ਜਿੱਥੇ ਬਾਹਰ ਗੁਰੂ ਕੇ ਨਿਸ਼ਾਨ ਝਲਾਉਣੇ ਨੇ, ਬਾਹਰ ਗੁਰਦੁਆਰਾ ਸਾਹਿਬ ਹੋਣੇ, ਉੱਥੇ ਜਿਹੜੇ ਹਨ ਇਹ ਸਰੀਰ ਜਿਹੜੇ ਹਨ ਗੁਰੂ ਦੇ ਬਣ ਜਾਣ। ਸੋ ਇਸ ਕਰਕੇ ਪ੍ਰਬੰਧਕ ਕਮੇਟੀਆਂ ਨੂੰ ਇਹ ਚਾਹੀਦਾ ਕਿ ਜਿਹੜਾ ਹੈ ਪੈਸਾ ਜ਼ਿਆਦਾ ਬਿਲਡਿੰਗਾਂ 'ਤੇ ਲਗਾਉਣ ਦੇ ਨਾਲੋਂ ਤੇ ਆਪਣਾ ਬੱਚਿਆਂ ਦੇ ਵਿੱਚ ਪ੍ਰਚਾਰ ਵਾਸਤੇ ਲਗਾਉਣ ਤੇ ਇਸ ਪੰਜਾਬ ਨੂੰ ਸੰਭਾਲਣ ਵਾਸਤੇ ਲਗਾਉਣ ਤੇ ਜ਼ਿਆਦਾ ਤੋਂ ਜ਼ਿਆਦਾ ਦਰਖਤ ਬੂਟੇ ਲਗਾਏ ਜਾਣ, ਹਰਿਆਵਲ ਲਹਿਰ ਜਿਹੜੀ ਚਲਾਈ ਜਾਵੇ ਤੇ ਪਾਣੀ ਬਚਾਇਆ ਜਾਵੇ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜੇ ਪ੍ਰਬੰਧਕ ਕਮੇਟੀਆਂ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਨੇ ਪੰਜਾਬ ਨੂੰ ਬਚਾਉਣ ਦੇ ਲਈ, ਨੌਜਵਾਨੀ ਨੂੰ ਬਚਾਉਣ ਦੇ ਲਈ, ਨਸ਼ਿਆਂ ਦੇ ਵਿੱਚੋਂ ਕੱਢਣ ਦੇ ਲਈ ਤੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੇ ਜਿਹੜੇ ਇਹ ਬੱਚੇ ਤੇ ਉਹਨਾਂ ਨੂੰ ਬਚਾਉਣ ਦੇ ਲਈ ਜਿਹੜੀਆਂ ਹਨ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਹੁਤ ਵੱਡਾ ਰੋਲ ਅਦਾ ਕਰ ਸਕਦੀਆਂ ਨੇ। ਸੇ ਇਸ ਕਰਕੇ ਉਹਨਾਂ ਨੂੰ ਇਹਨਾਂ ਪ੍ਰੋਗਰਾਮਾਂ ਵੱਲ ਜਿਹੜਾ ਹੈ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿ ਵੱਧ ਤੋਂ ਵੱਧ ਅਸੀਂ ਵਧੀਆ ਸਿੱਖਿਅਤ ਜਿਹੜੇ ਹਨ ਗ੍ਰੰਥੀ ਸਿੰਘ ਸਾਹਿਬਾਨ, ਕਥਾਵਾਚਕ, ਕੀਰਤਨੀਏ, ਉਹਨਾਂ ਨੂੰ ਪਹਿਲ ਦੇਣ, ਉਹਨਾਂ ਦੀ ਪੂਰੀ ਜਿਹੜੀ ਹੈ ਸੇਵਾ ਕਰਨ। ਤੇ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮ ਜੇ ਹੋਣਗੇ ਗੁਰਦੁਆਰੇ ਸਾਹਿਬ ਵੱਲੋਂ ਪ੍ਰੋਗਰਾਮ ਕੀਤੇ ਜਾਣਗੇ ਤਾਂ ਜ਼ਰੂਰ ਚੜ੍ਹਦੀ ਕਲਾ ਹੋਵੇਗੀ, ਕਿਉਂਕਿ ਗੁਰੂ ਦੀਆਂ ਸੰਗਤਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਹਨ ਗਏ ਹੋਏ ਨੇ ਸਾਡੇ ਨੌਜਵਾਨ ਤੇ ਉੱਥੋਂ ਵੀ ਦਸਵੰਧ ਭੇਜਦੇ ਹਨ। ਤੇ ਇਸ ਕਰਕੇ ਕਿਸੇ ਚੀਜ਼ ਦਾ ਘਾਟਾ ਨਹੀਂ ਚਾਹੀਦਾ ਆਪਣਾ ਹੋਣ ਦਿੰਦੇ।
ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹ ਚਾਹੀਦਾ ਕਿ ਅਸੀਂ ਜਿਹੜਾ ਇਸ ਵੱਲ ਧਿਆਨ ਦਈਏ, ਵੱਧ ਤੋਂ ਵੱਧ ਇਸ ਤਰ੍ਹਾਂ ਦੇ ਪ੍ਰੋਗਰਾਮ, ਚੜ੍ਹਦੀ ਕਲਾ ਦੇ ਪ੍ਰੋਗਰਾਮ ਰੱਖਣੇ ਚਾਹੀਦੇ ਨੇ ਤੇ ਵਧੀਆ ਕਥਾਵਾਚਕ, ਵਧੀਆ ਪ੍ਰਚਾਰਕ, ਵਧੀਆ ਜਿਹੜੇ ਹਨ ਗ੍ਰੰਥੀ ਸਿੰਘ ਸਾਹਿਬਾਨ ਜਿਹੜੇ ਹਨ ਜ਼ਿਆਦਾ ਤੋਂ ਜ਼ਿਆਦਾ ਗੁਰਦੁਆਰੇ ਸਾਹਿਬਾਨ ਤੇ ਜਿਹਦੇ ਨਾਲ ਗੁਰੂ ਮਹਾਰਾਜ ਦੀ ਸੇਵਾ ਬੱਚੇ ਆਪ ਖੁਦ ਕਰ ਸਕਣ, ਸਿੱਖ ਸਕਣ ਤੇ ਇਹ ਲਹਿਰ ਚੱਲੇ ਇੱਕ, ਤਾਂ ਜਿਹੜਾ ਹੈ ਅਸੀਂ ਗੁਰੂ ਦੀਆਂ ਖੁਸ਼ੀਆਂ ਲੈ ਸਕਦੇ ਹਾਂ। ਤੇ ਜਿਹੜਾ ਪੰਜਾਬ ਪਿੱਛੇ ਨੂੰ ਜਾ ਰਿਹਾ, ਅਸੀਂ ਪਿੱਛੇ ਨੂੰ ਜਾ ਰਹੇ ਹਾਂ, ਪਤਿਤ ਹੋ ਰਹੇ ਹਾਂ, ਕੇਸਾਂ ਦੀ ਬੇਅਦਬੀ ਹੋ ਰਹੀਆਂ ਹਨ, ਕੇਸ ਕਟਾ ਰਹੇ ਨੇ ਬੱਚੇ, ਤਾਂ ਹੀ ਜਿਹੜਾ ਇੱਕ ਇਹ ਬਚ ਸਕਦੇ ਹਨ। ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਸ ਦੇ ਵਿੱਚ ਵੱਡਾ ਰੋਲ ਅਦਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।